इस पहलियां 11-10 आयतां जिसनूं मिले पढ़ दे। मैं पढ़ देना पास्टर जी। सफा हैगा 339। संत पौलस अते संदेश वाहक 14 साल दे पिछों मैं फिर बरनाबास दे नाल यरूशलेम नूं गया। मैं उत्थे परमेश्वर दे कहण अनुसार गया सां। उत्थे मैं एकांत विच ਜ਼ਿੰਮੇਦਾਰ ਨੇਤਾਵਾਂ ਨੂੰ ਮਿਲਿਆ ਅਤੇ ਉਹਨਾਂ ਨੂੰ ਉਹ ਸ਼ੁਭ ਸਮਾਚਾਰ ਸੁਣਾਇਆ ਜੋ ਮੈਂ ਦੂਜੀਆਂ ਕੌਮਾਂ ਦੇ ਲੋਕਾਂ ਨੂੰ ਸੁਣਾਉਂਦਾ ਹਾਂ, ਕਿਉਂਕਿ ਮੈਂ ਨਹੀਂ ਚਾਹੁੰਦਾ ਹਾਂ ਕਿ ਜੋ ਮਿਹਨਤ ਮੈਂ ਪਹਿਲਾਂ ਕਰ ਚੁੱਕਾ ਹਾਂ ਜਾਂ ਹੁਣ ਕਰ ਰਿਹਾ ਹਾਂ ਐਵੇਂ ਵਿਅਰਥ ਜਾਵੇ। ਪਰ ਉੱਥੇ ਮੇਰੇ ਸਾਥੀ ਤੀਤਸ ਨੂੰ, ਜੋ ਇੱਕ ਯੂਨਾਨੀ ਸੀ, ਵੀ ਕਿਸੇ ਨੇ ਸੁੰਨਤ ਕਰਵਾਉਣ ਦੇ ਲਈ ਮਜਬੂਰ ਨਾ ਕੀਤਾ। ਇਹ ਗੱਲ ਮੈਂ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਕੁਝ ਝੂਠੇ ਮਸੀਹੀ ਸਾਡੇ ਵਿੱਚ ਆ ਰਲੇ ਹਨ ਜੋ ਸਾਡੀ ਮਸੀਹ ਵਿੱਚ ਮਿਲੀ ਆਜ਼ਾਦੀ ਦੀ ਸੂਹ ਵਿੱਚ ਰਹਿੰਦੇ ਹਨ। ਉਹ ਸਾਨੂੰ ਗੁਲਾਮ ਬਣਾਉਣਾ ਚਾਹੁੰਦੇ ਹਨ, ਪਰ ਅਸੀਂ ਉਹਨਾਂ ਦੀ ਥੋੜੀ ਜਿਹੀ ਗੁਲਾਮੀ ਵੀ ਨਹੀਂ ਝੱਲੀ ਹੈ। ਅਸੀਂ ਚਾਹੁੰਦੇ ਹਾਂ ਕਿ ਸ਼ੁਭ ਸਮਾਚਾਰ ਦਾ ਸੱਤ ਤੁਹਾਡੇ ਲਈ ਸੁਰੱਖਿਅਤ ਰਹੇ। ਹਾਂ, ਉਹ ਜੋ ਜ਼ਿੰਮੇਦਾਰ ਨੇਤਾ ਸਮਝੇ ਜਾਂਦੇ ਹਨ ਉਹ ਕੀ ਹਨ, ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈ, ਕਿਉਂਕਿ ਪਰਮੇਸ਼ਰ ਕਿਸੇ ਦਾ ਮੂੰਹ ਦੇਖ ਕੇ ਨਿਆਂ ਨਹੀਂ ਕਰਦਾ ਹੈ। ਇਹਨਾਂ ਜ਼ਿੰਮੇਦਾਰ ਨੇਤਾਵਾਂ ਕੋਲੋਂ ਵੀ ਮੈਨੂੰ ਕੋਈ ਗੱਲ ਨਾ ਮਿਲ ਸਕੀ, ਪਰ ਇਸ ਸਭ ਦੇ ਉਲਟ ਉਹਨਾਂ ਨੇ ਦੇਖਿਆ ਕਿ ਜਿਸ ਤਰ੍ਹਾਂ ਪਤਰਸ ਨੂੰ ਪਰਮੇਸ਼ਰ ਨੇ ਯਹੂਦੀ ਲੋਕਾਂ ਨੂੰ ਸ਼ੁਭ ਸਮਾਚਾਰ ਸੁਣਾਉਣ ਦਾ ਕੰਮ ਸੌਂਪਿਆ ਹੈ, ਉਸੇ ਤਰ੍ਹਾਂ ਉਸਨੇ ਮੈਨੂੰ ਦੂਜੀਆਂ ਕੌਮਾਂ ਅਰਥਾਤ ਅਸੁੰਨਤੀਆਂ ਨੂੰ ਸ਼ੁਭ ਸਮਾਚਾਰ ਸੁਣਾਉਣ ਦਾ ਕੰਮ ਸੌਂਪਿਆ ਹੈ। ਸੋ ਜਿਸ ਪਰਮੇਸ਼ਰ ਨੇ ਪਤਰਸ ਨੂੰ ਯਹੂਦੀਆਂ ਅਰਥਾਤ ਸੁੰਨਤੀਆਂ ਦੇ ਲਈ ਸੰਦੇਸ਼ਵਾਹਕ ਹੋਣ ਦੇ ਯੋਗ ਠਹਿਰਾਇਆ ਹੈ, ਉਸੇ ਨੇ ਮੈਨੂੰ ਵੀ ਦੂਜੀਆਂ ਕੌਮਾਂ ਦੇ ਲਈ ਸੰਦੇਸ਼ਵਾਹਕ ਹੋਣ ਦੇ ਯੋਗ ਠਹਿਰਾਇਆ ਹੈ। ਇਸੇ ਲਈ ਜਦੋਂ ਯਕੂਬ, ਕੈਫਾ ਅਤੇ ਯੂਹੰਨਾ ਨੇ, ਜੋ ਵਿਸ਼ਵਾਸ ਸੰਗਤ ਦੇ ਥੰਮ ਸਮਝੇ ਜਾਂਦੇ ਹਨ, ਜਾਣਿਆ ਕਿ ਮੈਨੂੰ ਪਰਮੇਸ਼ਰ ਕੋਲੋਂ ਇਹ ਕਿਰਪਾ ਦਾ ਦਾਨ ਮਿਲਿਆ ਹੈ, ਤਾਂ ਉਹਨਾਂ ਬਰਨਾਬਾਸ ਅਤੇ ਮੈਨੂੰ ਆਪਣੀ ਸੇਵਾ ਦੇ ਲਈ ਭਿਆਲ ਸਮਝਦੇ ਹੋਏ ਸਾਡੇ ਨਾਲ ਆਪਣੇ ਸੱਜੇ ਹੱਥ ਮਿਲਾਏ ਕਿ ਅਸੀਂ ਦੂਜੀਆਂ ਕੌਮਾਂ ਕੋਲ ਜਾਈਏ ਅਤੇ ਉਹ ਸੁੰਨਤੀਆਂ ਅਰਥਾਤ ਯਹੂਦੀਆਂ ਕੋਲ ਜਾਣ। ਉਹਨਾਂ ਨੇ ਕੇਵਲ ਇੱਕੋ ਗੱਲ ਕਹੀ ਕਿ ਅਸੀਂ ਗਰੀਬਾਂ ਨੂੰ ਯਾਦ ਰੱਖੀਏ, ਜੋ ਮੈਂ ਆਪ ਵੀ ਕਰਨ ਦਾ ਚਾਹਵਾਨ ਸਾਂ। ਇੱਥੇ ਤੱਕ ਹੀ ਪਾਸਟਰ ਜੀ। ਹੁਣ ਤੁਸੀਂ ਦੇਖੋ ਕਿ ਅਸੀਂ ਪਹਿਲੇ ਚੈਪਟਰ ਦੇ ਵਿੱਚੋਂ ਜਿਸਲੇ ਇਸ ਚੈਪਟਰ ਵੱਲ ਨੂੰ ਵੱਧਦੇ ਪਏ ਹਾਂ ਤੇ ਇੱਕ ਕ੍ਰੋਨੋਲੋਜੀ ਚੱਲਦੀ ਪਈ ਹੈ। ਅਸੀਂ ਪੌਲ ਨੂੰ ਪ੍ਰਭੂ ਦੇ ਵਿੱਚ ਆਉਂਦਾ ਦੇਖਿਆ, ਪੌਲ ਨੂੰ ਸਤਾਉਂਦਾ ਦੇਖਿਆ, ਪ੍ਰਭੂ ਦੇ ਕੋਲ ਆਉਂਦਾ ਦੇਖਿਆ, ਉਸਦੀ ਜ਼ਿੰਦਗੀ ਬਦਲਦੀ ਦੇਖੀ। ਇੱਕ ਇੱਥੇ ਚੀਜ਼ ਬੜੀ ਅਜੀਬ ਹੋਈ ਆ, ਬੜੀ ਅਜੀਬ ਚੀਜ਼ ਇੱਥੇ ਦੇਖਣ ਨੂੰ ਮਿਲਦੀ ਪਈ ਆ ਕਿ 14 ਸਾਲ ਹੋ ਗਏ, 14 ਸਾਲ ਤੱਕ ਉਹਨਾਂ ਨੇ ਪੌਲਸ ਦੀ ਸਾਰ ਨਹੀਂ ਲਈ। ਲੇਕਿਨ ਹੁਣ ਕਿਹੜੀ ਵੱਡੀ ਮੁਸੀਬਤ ਆ ਖੜੀ ਹੋਈ ਜਿਹੜਾ 14 ਸਾਲਾਂ ਦੇ ਬਾਅਦ ਉਹਨਾਂ ਨੇ ਬਰਨਬਾਸ ਨੂੰ ਘੱਲਿਆ ਤੇ ਹੁਣ ਉਹ ਪੌਲ ਨੂੰ ਲੈ ਕੇ ਇੱਥੇ ਆ ਰਿਹਾ। ਮੇਰੇ ਨਾਲ ਚੇਲਿਆਂ ਦੇ ਕਿਤਾਬ ਉਹਦੇ 11ਵੇਂ ਭਾਵ ਦੇ ਵਿੱਚ ਆ ਜਾਓ। ਚੇਲਿਆਂ ਦੇ ਕਿਤਾਬ ਉਸਦਾ 11ਵਾਂ ਭਾਵ, ਔਰ ਇਹ ਦੇਖਣ ਵਾਲਾ ਹਿੱਸਾ ਆ, ਬੜੀ ਬਰਕਤ ਵਾਲੇ ਹਿੱਸੇ ਆ ਇਹ। ਤੇ ਅਸੀਂ ਏਦਾਂ ਦੀਆਂ ਚੀਜ਼ਾਂ ਸ਼ੁਰੂ ਤੋਂ ਦੇਖਣ ਲੱਗ ਪੈਂਦੇ ਆ। ਅਗਰ ਇਹ ਬੰਦਿਆਂ ਦੇ ਹੱਥ ਦੇ ਵਿੱਚ ਪ੍ਰਭੂ ਦੀ ਚਰਚ ਹੁੰਦੀ ਨਾ ਤਾਂ ਹੁਣ ਤੱਕ ਬੰਦਿਆਂ ਨੇ ਕਦੋਂ ਦੀ ਤਬਾਹ ਕਰ ਦਿੱਤੀ ਹੁੰਦੀ। ਪ੍ਰਭੂ ਦਾ ਸ਼ੁਕਰ ਆ ਕਿ ਇਹ ਪ੍ਰਭੂ ਦੇ ਆਪਣੇ ਹੱਥ ਦੇ ਵਿੱਚ ਸਾਰਾ ਕੁਛ ਆ, ਔਰ ਉਸਦੇ ਕਾਰਨ ਇਸ ਨੂੰ ਉਹ ਛੇੜ ਨਹੀਂ ਸਕੇ। ਇੱਥੇ ਇੱਕ ਚੀਜ਼ ਹੋ ਰਹੀ ਹੈ, ਪ੍ਰਭੂ ਨੇ ਪਤਰਸ ਨੂੰ ਬੁਲਾ ਕੇ ਤਾਂ ਇੱਕ ਗੈਰ ਮਸੀਹੀ ਦੇ, ਇੱਕ ਗੈਰ ਯਹੂਦੀ ਦੇ ਘਰ ਘੱਲਿਆ। ਸੋ ਪੜ੍ਹਨ ਤੇ ਜ਼ਿਆਦਾ ਪਤਾ ਲੱਗਣਾ। ਸੋ ਆਓ ਅਸੀਂ 11ਵਾਂ ਭਾਗ ਉਸਦੀ ਇੱਕ ਆਇਤ ਤੋਂ ਲੈ ਕੇ ਇਸਦੀ 18 ਆਇਤ ਤੱਕ ਪਹਿਲਾਂ ਪੜ੍ਹੀਏ। ਮੈਂ ਪੜ੍ਹ ਦਿੰਦਾ ਪਾਸਟਰ ਜੀ। ਹਾਂਜੀ, ਗੋ ਅਹੈਡ। ਹਾਂਜੀ, ਸਫਾ ਹੈਗਾ 229 ਨਵੇਂ ਨੇਮ ਦਾ।
ਪਤਰਸ ਦਾ ਆਪਣੇ ਕੰਮ ਬਾਰੇ ਯਰੂਸ਼ਲਮ ਵਿੱਚ ਜਾ ਕੇ ਰਿਪੋਰਟ ਦੇਣਾ। ਪ੍ਰਮੁੱਖ ਚੇਲਿਆਂ ਅਤੇ ਯਹੂਦਿਆ ਨਿਵਾਸੀ ਭਰਾਵਾਂ ਨੇ ਵੀ ਸੁਣ ਲਿਆ ਸੀ ਕਿ ਦੂਜੀਆਂ ਜਾਤਾਂ ਨੇ ਵੀ ਪਰਮੇਸ਼ਰ ਦਾ ਵਚਨ ਸਵੀਕਾਰ ਕਰ ਲਿਆ ਹੈ। ਇਸ ਲਈ ਜਦੋਂ ਪਤਰਸ ਯਰੂਸ਼ਲਮ ਵਿੱਚ ਆਇਆ ਤਾਂ ਸੁਨਤੀ ਉਸ ਨਾਲ ਝਗੜਾ ਕਰਨ ਲੱਗੇ। ਉਹਨਾਂ ਨੇ ਕਿਹਾ, ਤੂੰ ਸੁਨਤ ਰਹਿਤ ਲੋਕਾਂ ਦੇ ਕੋਲ ਗਿਆ ਅਤੇ ਉਹਨਾਂ ਦੇ ਨਾਲ ਖਾਧਾ। ਇਸ ਤੇ ਪਤਰਸ ਨੇ ਸ਼ੁਰੂ ਤੋਂ ਲੱਗ ਕੇ ਇੱਕ ਘਟਨਾ ਉਹਨਾਂ ਨੂੰ ਕਹਿ ਸੁਣਾਈ। ਮੈਂ ਜਾਪਾ ਨਗਰ ਵਿੱਚ ਪ੍ਰਾਰਥਨਾ ਕਰ ਰਿਹਾ ਸਾਂ। ਅੰਤਰਲੀਨ ਹਾਲਤ ਵਿੱਚ ਹੀ ਮੈਨੂੰ ਇੱਕ ਦਰਸ਼ਨ ਹੋਇਆ। ਮੈਂ ਦੇਖਿਆ ਕਿ ਚਾਰਾਂ ਨੁੱਕਰਾਂ ਤੋਂ ਲਟਕਦੀ ਹੋਈ ਲੰਬੀ ਚੌੜੀ ਚਾਦਰ ਵਰਗੀ ਕੋਈ ਚੀਜ਼ ਆਕਾਸ਼ ਤੋਂ ਉਤਰ ਰਹੀ ਹੈ। ਉਹ ਮੇਰੇ ਤੱਕ ਆਈ। ਜਦੋਂ ਮੈਂ ਧਿਆਨ ਨਾਲ ਦੇਖਿਆ ਤਾਂ ਮੈਨੂੰ ਉਸ ਵਿੱਚ ਛੁਪਾਏ ਜੰਗਲੀ ਜਾਨਵਰ, ਰੀਂਗਣ ਵਾਲੇ ਹੀ ਜੰਤੂ, ਜੀਵ ਜੰਤੂ ਅਤੇ ਆਕਾਸ਼ ਤੇ ਪੰਛੀ ਦਿਖਾਈ ਦਿੱਤੇ। ਫਿਰ ਮੈਂ ਇੱਕ ਆਵਾਜ਼ ਸੁਣੀ ਜੋ ਮੈਨੂੰ ਇਹ ਕਹਿ ਰਹੀ ਸੀ, ਪਤਰਸ ਉੱਠ, ਮਾਰ ਅਤੇ ਖਾ। ਪਰ ਮੈਂ ਉੱਤਰ ਦਿੱਤਾ, ਨਹੀਂ ਪ੍ਰਭੂ ਜੀ, ਮੇਰੇ ਮੂੰਹ ਵਿੱਚ ਅੱਜ ਤੱਕ ਕੋਈ ਅਪਵਿੱਤਰ ਜਾਂ ਅਸ਼ੁੱਧ ਚੀਜ਼ ਨਹੀਂ ਗਈ। ਆਵਾਜ਼ ਨੇ ਦੂਜੀ ਵਾਰ ਆਕਾਸ਼ ਤੋਂ ਉੱਤਰ ਦਿੱਤਾ, ਜੋ ਪਰਮੇਸ਼ਰ ਨੇ ਸ਼ੁੱਧ ਠਹਿਰਾਇਆ ਹੈ ਉਸ ਨੂੰ ਤੂੰ ਅਸ਼ੁੱਧ ਨਾ ਕਹਿ। ਇਸ ਤਰ੍ਹਾਂ 3 ਵਾਰ ਹੋਇਆ ਅਤੇ ਫਿਰ ਸਭ ਕੁਝ ਆਕਾਸ਼ ਵਿੱਚ ਵਾਪਸ ਚੁੱਕ ਲਿਆ ਗਿਆ। ਠੀਕ ਉਸੇ ਵੇਲੇ 3 ਆਦਮੀ ਉਸ ਘਰ ਦੇ ਸਾਹਮਣੇ ਆ ਖੜੇ ਹੋਏ ਜਿੱਥੇ ਮੈਂ ਸਾਂ। ਉਹ ਕੈਸਰਿਆ ਤੋਂ ਮੇਰੇ ਕੋਲ ਘੱਲੇ ਗਏ ਸਨ। ਆਤਮਾ ਨੇ ਮੈਨੂੰ ਕਿਹਾ ਕਿ ਬੇਧੜਕ ਹੋ ਕੇ ਉਹਨਾਂ ਦੇ ਨਾਲ ਜਾ। ਇਹ 6 ਭਰਾ ਵੀ ਮੇਰੇ ਨਾਲ ਗਏ ਅਤੇ ਅਸੀਂ ਕੁਰਨੇਲੀਅਸ ਦੇ ਘਰ ਦੇ ਅੰਦਰ ਗਏ। ਉਸਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਉਸਨੇ ਇੱਕ ਸਵਰਗਦੂਤ ਨੂੰ ਆਪਣੇ ਘਰ ਖੜਾ ਦੇਖਿਆ, ਜਿਸ ਨੇ ਕਿਹਾ, ਕਿਸੇ ਨੂੰ ਯਾਪਾ ਘੱਲ ਕੇ ਸਮੂਨ, ਜਿਸ ਦਾ ਉਪਨਾਮ ਪਤਰਸ ਹੈ, ਨੂੰ ਸੱਦ। ਉਹ ਤੈਨੂੰ ਵਚਨ ਸੁਣਾਏਗਾ ਜਿਸ ਤੋਂ ਤੂੰ ਅਤੇ ਤੇਰਾ ਟੱਬਰ ਮੁਕਤੀ ਪ੍ਰਾਪਤ ਕਰੋਗੇ। ਮੈਂ ਅਜੇ ਬੋਲਣਾ ਸ਼ੁਰੂ ਹੀ ਕੀਤਾ ਸੀ ਕਿ ਪਵਿੱਤਰ ਆਤਮਾ ਉਹਨਾਂ ਤੇ ਉਤਰ ਆਇਆ, ਜਿਸ ਤਰ੍ਹਾਂ ਸ਼ੁਰੂ ਵਿੱਚ ਸਾਡੇ ਤੇ ਉਤਰਿਆ ਸੀ। ਉਸ ਸਮੇਂ ਮੈਨੂੰ ਪ੍ਰਭੂ ਦੇ ਕਹੇ ਹੋਏ ਸ਼ਬਦ ਯਾਦ ਆਏ, ਯਹੂਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਤੁਸੀਂ ਪਵਿੱਤਰ ਆਤਮਾ ਨਾਲ ਬਪਤਿਸਮਾ ਪਾਓਗੇ। ਇਸ ਲਈ ਜੇਕਰ ਪਰਮੇਸ਼ਰ ਨੇ ਉਹਨਾਂ ਨੂੰ ਵੀ ਉਸੇ ਵਰਦਾਨ ਦਿੱਤਾ, ਉਹੀ ਵਰਦਾਨ ਦਿੱਤਾ ਜਿਹੜਾ ਸਾਨੂੰ, ਜਦੋਂ ਅਸੀਂ ਪ੍ਰਭੂ ਯੀਸ਼ੂ ਮਸੀਹ ਤੇ ਵਿਸ਼ਵਾਸ ਕੀਤਾ ਸੀ, ਤਾਂ ਮੈਂ ਕੌਣ ਸਾਂ ਕਿ ਪਰਮੇਸ਼ਰ ਨੂੰ ਰੋਕਦਾ। ਇਹ ਸੁਣ ਕੇ ਉਹ ਚੁੱਪ ਹੋ ਗਏ ਅਤੇ ਪਰਮੇਸ਼ਰ ਦੀ ਵਡਿਆਈ ਕਰਨ ਲੱਗੇ ਅਤੇ ਕਹਿਣ ਲੱਗੇ, ਸੋ ਪਰਮੇਸ਼ਰ ਨੇ ਦੂਜੀਆਂ ਜਾਤੀਆਂ ਨੂੰ ਵੀ ਪਛਚਾਤਾਪ ਕਰਨ ਦਾ ਮੌਕਾ ਅਤੇ ਜੀਵਨ ਦਾ ਵਰਦਾਨ ਦਿੱਤਾ ਹੈ। ਸੋ ਇੱਕ ਚੀਜ਼ ਇੱਥੇ ਧਿਆਨ ਦੇ ਨਾਲ ਦੇਖੋ, ਇਹ ਲੋਕਾਂ ਦੇ ਨਾਲ ਕੋਈ ਚੀਜ਼ ਨਹੀਂ ਫੈਲਾਈ ਜਾ ਰਹੀ ਤੇ ਪ੍ਰਭੂ ਦੀਆਂ ਲੋਕਾਂ ਨੇ ਵਚਨ ਫੈਲਾਉਂਦਾ ਪਿਆ। ਇਹ ਪ੍ਰਭੂ ਦਾ ਆਪਣਾ ਕੰਮ। ਪ੍ਰਭੂ ਨੇ ਉਹਨਾਂ ਨੂੰ ਇਹੀ ਚੀਜ਼ ਕਹੀ ਸੀ ਕਿ ਤੁਸੀਂ ਪਵਿੱਤਰ ਆਤਮਾ ਦਾ ਇੰਤਜ਼ਾਰ ਕਰਨਾ, ਫਿਰ ਤੁਸੀਂ ਮੇਰੇ ਲਈ ਯਰੂਸ਼ਲਮ, ਯਹੂਦੀਆ, ਸਾਮਰੀਆ ਔਰ ਧਰਤੀ ਦੀਆਂ ਅੰਤਮ ਹੱਦਾਂ ਤੱਕ ਤੁਸੀਂ ਮੇਰੇ ਗਵਾਹ ਹੋਵੋਗੇ। ਬਸ ਇਹ ਉਹਨੇ ਕਿਹਾ, ਤੁਸੀਂ ਗਵਾਹੀ ਦਵੋਗੇ, ਬਸ ਕੰਮ ਮੇਰਾ ਹੋਏਗਾ। ਔਰ ਪ੍ਰਭੂ ਸੱਚਮੁੱਚ ਦੇਖੋ ਕਿਸ ਤਰ੍ਹਾਂ ਕੰਮ ਕਰਦਾ ਗਿਆ। ਕੁਰਨੇਲੀਅਸ ਉਹੀ ਬੰਦਾ ਸੀ ਜਿਹੜਾ ਸਲੀਬ ਦੇ ਲਾਗੇ ਖੜਾ ਸੀ, ਔਰ ਜਿਸਲੇ ਭੁਚਾਲ ਆਇਆ ਤੇ ਧਰਤੀ ਹਿੱਲ ਗਈ ਉੱਤੋਂ, ਸਾਰਾ 3 ਘੜੇ ਪੂਰੇ 3 ਘੰਟੇ ਹਨੇਰਾ ਰਿਹਾ ਤੇ ਪ੍ਰਭੂ ਯਿਸੂ ਮਸੀਹ ਨੇ ਜਿਸਲੇ ਆਪਣੇ ਪ੍ਰਾਣ ਤਿਆਗੇ ਤਾਂ ਉਸਨੇ ਕਿਹਾ ਕਿ ਇਹ ਸੱਚਮੁੱਚ ਪ੍ਰਭੂ ਦਾ ਪੁੱਤਰ ਸੀ। ਸੋ ਉਸ ਤੋਂ ਬਾਅਦ ਇਹ ਜਿਹੜਾ ਬੰਦਾ ਸੀਗਾ, ਹਿਸਟਰੀ ਸਾਨੂੰ ਇਹ ਦੱਸਦੀ ਹੈ ਕਿ ਇਹ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗਾ, ਕਿਉਂਕਿ ਉਹਨਾਂ ਦੇ ਲਈ ਇਹ ਬਹੁਤ ਵੱਡੀ ਗੱਲ ਸੀਗੀ, ਬਹੁਤ ਵੱਡਾ ਪਾਪ ਸੀ ਜਿਹੜਾ ਉਸਨੇ ਕੀਤਾ। ਉਸਨੇ ਪਰਮੇਸ਼ਰ ਦੇ ਪੁੱਤਰ ਨੂੰ ਮਾਰਿਆ, ਲੇਕਿਨ ਪ੍ਰਭੂ ਨੇ ਉਹਦੇ ਉੱਤੇ ਕਿਰਪਾ ਕੀਤੀ। ਬਹੁਤ ਸਾਰਿਆਂ ਉਹ ਲੋਕਾਂ ਨੂੰ ਦਾਨ ਪੁੰਨ ਬਹੁਤ ਕਰਦਾ ਸੀਗਾ। ਉਸ ਤੋਂ ਬਾਅਦ ਉਹ ਆਪਣੀ ਪੂਰੀ ਕੋਸ਼ਿਸ਼ ਕਰਦਾ ਸੀ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾਣ, ਜਿੰਨਾ ਕੁ ਵਿਚਾਰੇ ਨੂੰ ਆਉਂਦਾ ਸੀ, ਲੇਕਿਨ ਪ੍ਰਭੂ ਨੇ ਉਸਦੇ ਉੱਤੇ ਕਿਰਪਾ ਕੀਤੀ, ਜਿਹਨੇ ਸਲੀਬ ਵੀ ਉਸਨੂੰ ਦਵਾਈ ਔਰ ਜਾ ਕੇ ਦਿੱਤੀ। ਐਕਚੁਅਲੀ ਪ੍ਰਭੂ ਨੇ ਉੱਤੇ ਵੀ ਕਿਰਪਾ ਕੀਤੀ। ਪ੍ਰਭੂ ਦੇ ਵਚਨ ਦੇ ਵਿੱਚ ਜਿਹੜੀਆਂ ਅਸੀਂ ਇਹ ਚੀਜ਼ਾਂ ਦੇਖਦੇ ਪਏ ਹਾਂ,
ਤੁਸੀਂ ਇਹ ਦੇਖ ਲਓ ਕਿ ਅਸੀਂ ਕਿਉਂ ਨਹੀਂ ਮੈਂ ਬੰਦੇ ਨੂੰ ਬਹੁਤਾ ਚੁੱਕਦਾ। ਤੁਸੀਂ ਕਹਿਣਾ ਕਿ ਯੂ نو ਵਟ ਤੂੰ ਖਿਲਾਫ ਹੋ ਜਾਣਾ ਪਾਸਟਰ। ਨਹੀਂ, ਮੈਂ ਖਿਲਾਫ ਨਹੀਂ ਹੈਗਾ ਕਿਸੇ ਦੇ, ਐਬਸੋਲੂਟਲੀ ਨਾਟ। ਮੇਰੀ ਇੱਕੋ ਹੀ ਜੰਗ ਆ ਔਰ ਮੇਰੇ ਅਖੀਰਲੇ ਸਾਹ ਤੱਕ ਰਹੂਗੀ ਕਿ ਪ੍ਰਭੂ ਯਿਸੂ ਮਸੀਹ ਦਾ ਥਾਂ ਕਿਸੇ ਨੂੰ ਨਾ ਦਿਓ। ਕਿਉਂਕਿ ਪਹਿਲੇ ਦਿਨ ਤੋਂ ਜਦੋਂ ਦਾ ਸ਼ੁਭ ਸਮਾਚਾਰ ਦਾ ਪ੍ਰਚਾਰ ਹੋਣਾ ਸ਼ੁਰੂ ਹੋਇਆ, ਬੰਦਾ ਇਹਦੇ ਵਿੱਚ ਵੜ ਕੇ ਪਰਮੇਸ਼ਰ ਦੀ ਮਹਿਮਾ ਲੈਣ ਨੂੰ ਉਦੋਂ ਦਾ ਫਿਰਦਾ ਪਿਆ। ਪ੍ਰਭੂ ਦੀ ਮਹਿਮਾ ਜਿਹੜੀ ਆ ਉਹ ਅਸੀਂ ਨਹੀਂ ਲੈ ਸਕਦੇ। ਦੂਸਰਾ, ਗੁਰੂ ਉਸ ਲਈ ਦੂਜਾ ਬਣਾਈਦਾ ਜਿਸ ਲਈ ਪਹਿਲਾਂ ਮਰ ਜਾਏ। ਸਾਡਾ ਪ੍ਰਭੂ ਸਵਰਗ ਦੇ ਵਿੱਚ ਜਿਉਂਦਾ ਹੈ ਔਰ ਬਾਪ ਦੇ ਸੱਜੇ ਹੱਥ ਬੈਠਾ, ਔਰ ਵਚਨ ਕਹਿੰਦਾ ਸਾਡੇ ਲਈ ਦੁਆ ਕਰਦਾ ਪਿਆ। ਇਸ ਤੋਂ ਬਾਅਦ ਸਾਨੂੰ ਹੋਰ ਕੀ ਚਾਹੀਦਾ ਹੈ? ਇਸ ਕਰਕੇ ਆਪਣਾ ਧਿਆਨ ਕਦੀ ਵੀ ਇਹ ਮਹਿਮਾ ਬੰਦਿਆਂ ਨੂੰ ਨਾ ਦਿਓ। ਤੁਸੀਂ ਦੇਖ ਲਓ, ਉਹਨਾਂ ਨੇ ਹਾਲੇ ਤੱਕ ਕੋਈ ਅਕਲ ਦਾ ਕੰਮ ਨਹੀਂ ਕੀਤਾ ਹੈ। ਜੇ ਉਹ ਕੁਰਨੀਲੀਅਸ ਦੇ ਘਰ ਚਲਾ ਗਿਆ ਤਾਂ ਉਹਦੇ ਲਈ ਲੜਦੇ ਪਏ, ਤੂੰ ਆ ਕੀ ਕੀਤਾ। ਜੇ ਵਿਚਾਰਾ ਪੌਲੁਸ ਉੱਠਦਾ ਪਿਆ ਤਾਂ ਉਹਦੇ ਨਾਲ ਦੋਨੇ ਗਰੁੱਪ ਲੜਦੇ ਪਏ ਕਿ ਸਾਨੂੰ ਪ੍ਰਭੂ ਨੇ ਚੁਣਿਆ। ਸੋ ਇੱਥੇ ਜਿਹੜਾ ਇਹ ਕੰਮ ਹੋਇਆ, ਪਤਰਸ ਨੇ ਜਾ ਕੇ ਸ਼ੁਭ ਸਮਾਚਾਰ ਤਾਂ ਸੁਣਾਇਆ, ਉਹ ਤਾਂ ਪ੍ਰਭੂ ਨੇ ਆਲਰੇਡੀ ਕੰਮ ਕੀਤਾ ਸੀ। ਉੱਥੇ ਜਾਂਦੇ ਸਾਰਾ ਕੁਝ ਪ੍ਰਭੂ ਨੇ ਕੀਤਾ ਸੀ। ਉਹਦਾ ਸਾਰੇ ਦਾ ਸਾਰਾ ਟੱਬਰ ਇਕੱਠਾ ਸੀ। ਪਰ ਉਹ ਜਿਹੜੇ ਟੱਬਰ ਹੁੰਦੇ ਸੀ ਏਦਾਂ ਨਹੀਂ ਸੀ ਹੁੰਦੇ ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਕਿ ਹਮ ਦੋ ਹਮਾਰੇ ਦੋ, ਏਦਾਂ ਦੇ ਟੱਬਰ ਨਹੀਂ ਹੁੰਦੇ ਸੀਗੇ। ਉਹ ਟੱਬਰ ਦਾ ਮਤਲਬ ਟੱਬਰ, ਜੋ ਚਾਚੇ ਤਾਏ ਮਾਸੀਆਂ ਫੂਫੀਆਂ ਸਭ ਉੱਥੇ ਹੁੰਦੀਆਂ ਸੀ। ਸੋ ਉਹਦੇ ਹੁਣ ਇੱਕ ਵੱਡੇ ਪਰਿਵਾਰ, ਔਰ ਕੁਰਨੀਲੀਅਸ ਜਿਹੜਾ ਇੱਕ ਕੈਪਟਨ ਆ ਫੌਜ ਦਾ, ਇੱਕ ਨਾਮ ਰੱਖਦਾ। ਹੁਣ ਇਹਨਾਂ ਨੂੰ ਹੱਥਾਂ ਪੈਰਾਂ ਦੀਆਂ ਪਈਆਂ। ਦੇਖੋ ਕੀ ਹੁੰਦਾ। ਆਓ ਅਸੀਂ 19 ਤੋਂ ਲੈ ਕੇ 30 ਤੱਕ ਪੜ੍ਹਦੇ ਹਾਂ ਇਸੇ ਚੈਪਟਰ ਨੂੰ। ਮੈਂ ਪੜ੍ਹਦੇ ਨਹੀਂ ਪਾਸ ਜੀ। ਦੂਜੀਆਂ ਜਾਤੀਆਂ ਦੀ ਪਹਿਲੀ ਵਿਸ਼ਵਾਸ ਸੰਗਤ। ਸਤਿਫਨਸ ਤੇ ਹੋਏ ਅਤਿਆਚਾਰ ਦੇ ਕਾਰਨ ਜਿਹੜੇ ਲੋਕੀ ਖਿੰਡ ਪੁੰਡ ਗਏ ਸਨ, ਉਹ ਫੈਨੀਕੇ, ਕੁਪਰਸ ਅਤੇ ਅੰਤਾਕਿਆ ਤੱਕ ਪਹੁੰਚ ਗਏ, ਪਰ ਉਹ ਯਹੂਦੀਆਂ ਤੋਂ ਛੁੱਟ ਹੋਰ ਕਿਸੇ ਨੂੰ ਵਚਨ ਨਹੀਂ ਸੁਣਾਉਂਦੇ ਸਨ। ਪਰ ਉਹਨਾਂ ਵਿੱਚ ਕੁਪਰਸ ਅਤੇ ਕੁਰੇਨੇ ਦੇ ਰਹਿਣ ਵਾਲੇ ਸਨ। ਉਹ ਜਦੋਂ ਅੰਤਾਕਿਆ ਵਿੱਚ ਆਏ ਤਾਂ ਉਹਨਾਂ ਨੇ ਯੂਨਾਨੀਆਂ ਨੂੰ ਵੀ ਪ੍ਰਭੂ ਯਿਸੂ ਦਾ ਸ਼ੁਭ ਸਮਾਚਾਰ ਸੁਣਾਇਆ। ਪ੍ਰਭੂ ਦਾ ਹੱਥ ਉਹਨਾਂ ਉੱਤੇ ਸੀ, ਇਸ ਲਈ ਬਹੁਤ ਸਾਰੇ ਲੋਕਾਂ ਨੇ ਵਿਸ਼ਵਾਸ ਕੀਤਾ ਅਤੇ ਉਹ ਪ੍ਰਭੂ ਦੀ ਵੱਲ ਮੁੜੇ। ਜਦੋਂ ਇਹਨਾਂ ਦੇ ਬਾਰੇ ਯਰੂਸ਼ਲਮ ਦੀ ਵਿਸ਼ਵਾਸ ਸੰਗਤ ਦੇ ਕੰਨਾਂ ਤੱਕ ਖਬਰ ਪਹੁੰਚੀ ਤਾਂ ਉਹਨਾਂ ਨੇ ਬਰਨਬਾਸ ਨੂੰ ਅੰਤਾਕਿਆ ਘੱਲਿਆ। ਉੱਥੇ ਪਹੁੰਚ ਕੇ ਉਸਨੇ ਪਰਮੇਸ਼ਵਰ ਦੀ ਕਿਰਪਾ ਦਾ ਜ਼ੋਰ ਦੇਖਿਆ ਅਤੇ ਆਨੰਦ ਮਨਾਇਆ। ਉਸਨੇ ਸਾਰਿਆਂ ਨੂੰ ਉਤਸ਼ਾਹ ਦਿੱਤਾ ਕਿ ਤਨ ਮਨ ਨਾਲ ਪ੍ਰਭੂ ਨਾਲ ਜੁੜੇ ਰਹਿਣ। ਬਰਨਬਾਸ ਇੱਕ ਭਲਾ ਆਦਮੀ ਸੀ। ਉਹ ਪਵਿੱਤਰ ਆਤਮਾ ਤੇ ਵਿਸ਼ਵਾਸ ਨਾਲ ਭਰਪੂਰ ਸੀ, ਇਸ ਲਈ ਬਹੁਤ ਸਾਰੇ ਲੋਕੀ ਪ੍ਰਭੂ ਕੋਲ ਆ ਗਏ। ਫਿਰ ਬਰਨਬਾਸ ਸਾਊਲ ਦੀ ਖੋਜ ਵਿੱਚ ਤਰਸ਼ੀਸ਼ ਨੂੰ ਗਿਆ। ਜਦੋਂ ਉਹ ਉਸਨੂੰ ਮਿਲ ਗਿਆ ਤਾਂ ਉਸਨੂੰ ਉਹ ਅੰਤਾਕਿਆ ਲੈ ਗਿਆ। ਉਹ ਦੋਵੇਂ ਉੱਥੇ ਪੂਰੇ 1 ਸਾਲ ਤੱਕ ਵਿਸ਼ਵਾਸ ਸੰਗਤ ਦੇ ਨਾਲ ਰਹੇ ਅਤੇ ਬਹੁਤ ਸਾਰੇ ਲੋਕਾਂ ਨੂੰ ਉਪਦੇਸ਼ ਦਿੰਦੇ ਰਹੇ। ਅੰਤਾਕਿਆ ਵਿੱਚ ਹੀ ਚੇਲੇ ਪਹਿਲੀ ਵਾਰ ਮਸੀਹੀ ਅਖਵਾਏ। ਉਸ ਸਮੇਂ ਕੁਝ ਨਬੀ ਯਰੂਸ਼ਲਮ ਤੋਂ ਅੰਤਾਕਿਆ ਆਏ। ਉਹਨਾਂ ਵਿੱਚੋਂ ਇੱਕ ਅਗਬਸ ਨਾਂ ਦੇ ਨਬੀ ਨੇ ਖੜੇ ਹੋ ਕੇ ਪਵਿੱਤਰ ਆਤਮਾ ਦੀ ਪ੍ਰੇਰਨਾ ਨਾਲ ਅਗੰਮੀ ਵਾਕ ਕੀਤਾ ਕਿ ਸਾਰੇ ਸੰਸਾਰ ਵਿੱਚ ਭਿਅੰਕਰ ਅਕਾਲ ਪੈਣ ਵਾਲਾ ਹੈ। ਇਹ ਅਕਾਲ ਕਲੌਦੀਅਸ ਦੇ ਰਾਜਕਾਲ ਵਿੱਚ ਪਿਆ। ਇਸ ਤੇ ਚੇਲਿਆਂ ਨੇ ਫੈਸਲਾ ਕੀਤਾ ਕਿ ਹਰ ਇੱਕ ਆਪਣੀ ਪਹੁੰਚ ਅਨੁਸਾਰ ਯਹੂਦੀਆ ਨਿਵਾਸੀ ਭਰਾਵਾਂ ਦੀ ਮਦਦ ਲਈ ਕੁਝ ਘੱਲੇ। ਉਹਨਾਂ ਨੇ ਇਸੇ ਤਰ੍ਹਾਂ ਕੀਤਾ ਅਤੇ ਬਰਨਬਾਸ ਅਤੇ ਸਾਊਲ ਦੇ ਹੱਥੀਂ ਬਜ਼ੁਰਗਾਂ ਕੋਲ ਮਦਦ ਘੱਲੀ। ਸੋ ਜਿਸ ਵੇਲੇ ਅਸੀਂ ਉਧਰ ਪੜ੍ਹਦੇ ਪਏ ਹਾਂ ਕਿ ਉਹਨਾਂ ਨੇ ਕਿਹਾ ਗਰੀਬਾਂ ਦਾ ਧਿਆਨ ਰੱਖਿਓ, ਤੇ ਉਹ ਵੀ ਰੱਖਦੇ ਪਏ। ਲੇਕਿਨ ਹੁਣ ਉਹਨੂੰ ਹੱਥਾਂ ਪੈਰਾਂ ਦੀਆਂ ਇਸ ਕਰਕੇ ਪਈਆਂ ਇਹਨਾਂ ਨੂੰ ਕਿ ਚਰਚ ਤਾਂ ਪ੍ਰਭੂ ਨੇ ਸ਼ੁਰੂ ਕਰ ਦਿੱਤੀ ਆ ਆਲਰੇਡੀ, ਤੇ ਹੁਣ ਉਸ ਚਰਚ ਨੂੰ ਅੱਗੇ ਲੈ ਕੇ ਤੁਰੇ ਕੌਣ? ਇੱਕੋ ਹੀ ਬੰਦਾ ਜਿਹੜਾ ਗ੍ਰੀਕ ਦਾ ਮਾਹਰ ਆ, ਜਿਹੜਾ ਹੀਬਰੂ ਦਾ ਮਾਹਰ,
ਜਿੱਤੇ ਪ੍ਰਭੂ ਜਿਹਨੂੰ ਪ੍ਰਭੂ ਫੜ ਕੇ ਲਿਆਇਆ, ਜਿਸ ਨੂੰ ਪ੍ਰਭੂ ਨੇ ਕਿਹਾ ਸੀ ਕਿ ਦੂਜੀਆਂ ਜਾਤੀਆਂ ਦੇ ਵਿੱਚ ਮੇਰਾ ਕੰਮ ਕਰੇਗਾ ਔਰ ਮੇਰੇ ਨਾਮ ਦੇ ਲਈ ਇਹਨੂੰ ਬਹੁਤ ਦੁੱਖ ਸਹਿਣੇ ਪੈਣਗੇ, ਬਹੁਤ ਦੁੱਖ ਸਹੇਗਾ। ਇੱਕੋ ਹੀ ਬੰਦਾ ਹੈ। ਹੁਣ ਬਰਨਬਾਸ ਗਿਆ ਉਹਨੂੰ ਲੈਣ ਦੇ ਲਈ 14 ਸਾਲਾਂ ਬਾਅਦ, ਔਰ ਉਸ ਨੂੰ ਲੈ ਕੇ ਉਹ ਐਂਟੀਓਖ ਦੇ ਵਿੱਚ ਗਿਆ। ਇਹ ਜਿਹੜਾ ਅੰਤਕਿਆ ਆ, ਇਹ ਇੱਕ ਕਿੰਗ ਹੋਇਆ ਸੀ ਐਂਟੀਓਖ। ਉਹਨੇ ਆਪਣੇ ਨਾਂ ਦੇ ਉੱਤੇ ਇਹ ਸਾਰੇ ਸ਼ਹਿਰ ਕਿੰਨੇ ਹੀ ਬਸਿਓ, ਐਂਟੀਓਖ ਛੋਟਾ, ਐਂਟੀਓਖ ਵੱਡਾ, ਐਂਟੀਓਖ ਸੈਸਰੀਆ, ਇੱਦਾਂ ਬਹੁਤ ਸਾਰੇ ਨਗਰ ਬਸਿਓ ਆ, ਜਿੱਦਾਂ ਕਿ ਉਹਦੇ ਨਾਂ ਦੇ ਉੱਤੇ। ਬਹੁਤ ਸਾਰੇ ਨਗਰਾਂ ਦੇ ਉਸਨੇ ਨਾਂ ਬਦਲ ਕੇ ਆਪਣੇ ਨਾਂ ਦੇ ਉੱਤੇ ਰੱਖ ਦਿੱਤੇ ਸੀ, ਤੇ ਪਿੱਛੇ ਜਾਂ ਅੱਗੇ ਕੋਈ ਅੱਖਰ ਹੋਰ ਲੱਗ ਜਾਂਦਾ ਸੀਗਾ। ਸੋ ਉਹ ਸੈਸਰੀਆ ਦੇ ਵਿੱਚ ਇਸ ਵੇਲੇ ਉਹ ਹੈਗੇ ਆ। ਉੱਥੇ ਉਹ ਐਂਟੀਓਖ ਦਾ ਜਿਹੜਾ ਨਗਰ ਆ, ਉਹਦੇ ਵਿੱਚ ਪ੍ਰਭੂ ਦੀ ਸੰਗਤ ਵੱਧਦੀ ਜਾ ਰਹੀ ਆ। ਹੁਣ ਪੌਲ ਨੂੰ ਲੈ ਕੇ ਆਇਆ। ਪੌਲ ਨੇ ਉੱਥੇ 1 ਸਾਲ ਪੂਰਾ ਉੱਥੇ ਰਿਹਾ, ਉਹਨਾਂ ਦੇ ਨਾਲ ਉਹਨਾਂ ਨੂੰ ਸਿਖਾਇਆ, ਔਰ ਉਹਨਾਂ ਦੇ ਵਿੱਚੋਂ ਉਸਨੇ ਲੀਡਰ ਹੁਣ ਕੱਢਣੇ ਸ਼ੁਰੂ ਕੀਤੇ, ਲੀਡਰ ਤਿਆਰ ਕਰਨੇ ਸ਼ੁਰੂ ਕੀਤੇ। ਸੋ ਅਸੀਂ ਹੁਣ ਉਹਨਾਂ ਲੀਡਰਾਂ ਦੇ ਨਾਂ ਪੜ੍ਹਨੇ ਸ਼ੁਰੂ ਕੀਤੇ। ਸੋ ਜਿਸ ਵੇਲੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਇੱਥੇ ਆਉਂਦੇ ਹਾਂ, ਮੇਰੇ ਨਾਲ ਵਾਪਸ ਆ ਜਾਓ ਆਪਾਂ ਜਿੱਥੇ ਸੀਗੇ। ਸੋ ਉਸਨੇ ਕਿਹਾ, ਦੇਖੋ ਕਹਿੰਦਾ 14 ਸਾਲ ਦੇ ਪਿੱਛੋਂ ਫਿਰ ਮੈਂ ਬਰਨਬਾਸ ਦੇ ਨਾਲ ਯਰੂਸ਼ਲਮ ਨੂੰ ਗਿਆ। ਹੁਣ ਉਹ ਜਿੱਦਾਂ ਕਿ ਕੁਛ ਲੈ ਕੇ ਵੀ ਗਏ ਆ, ਲੇਕਿਨ ਇਸ ਕਰਕੇ ਉਹ ਕਹਿੰਦੇ ਤੂੰ ਗਾਂ ਵੀ ਧਿਆਨ ਰੱਖੀ। ਮੈਂ ਆਪਣੇ ਨਾਲ ਤੀਤੁਸ ਨੂੰ ਵੀ ਲੈ ਗਿਆ। ਮੈਂ ਉੱਥੇ ਪਰਮੇਸ਼ਰ ਦੇ ਕਹਿਣ ਅਨੁਸਾਰ ਗਿਆ ਸਾਂ। ਉੱਥੇ ਮੈਂ ਇਕਾਂਤ ਵਿੱਚ ਜ਼ਿੰਮੇਦਾਰ ਨੇਤਾਵਾਂ ਨੂੰ ਮਿਲਿਆ ਅਤੇ ਉਹਨਾਂ ਨੂੰ ਉਹ ਸ਼ੁਭ ਸਮਾਚਾਰ ਸੁਣਾਇਆ ਜੋ ਮੈਂ ਦੂਜੀਆਂ ਕੌਮਾਂ ਨੂੰ ਸੁਣਾਉਂਦਾ ਹਾਂ, ਕਿਉਂਕਿ ਮੈਂ ਨਹੀਂ ਚਾਹੁੰਦਾ ਸਾਂ ਕਿ ਜੋ ਮਿਹਨਤ ਮੈਂ ਪਹਿਲਾਂ ਕਰ ਚੁੱਕਾ ਹਾਂ ਜਾਂ ਹੁਣ ਕਰ ਰਿਹਾ ਹਾਂ ਐਵੇਂ ਵਿਅਰਥ ਜਾਵੇ। ਉੱਥੇ ਮੇਰੇ ਸਾਥੀ ਤੀਤੁਸ ਨੂੰ, ਜੋ ਯੂਨਾਨੀ ਸੀ, ਗ੍ਰੀਕ ਸੀਗਾ ਉਹ, ਜੋ ਯੂਨਾਨੀ ਸੀ, ਕਿਸੇ ਨੇ ਵੀ ਸੁਨਤ ਕਰਵਾਉਣ ਦੇ ਲਈ ਮਜਬੂਰ ਨਾ ਕੀਤਾ, ਕਿਉਂਕਿ ਪੌਲ ਨਾਲ ਆ ਨਾ ਇਸ ਵੇਲੇ, ਪੌਲੁਸ ਨਾਲ ਆ। ਸੋ ਇਸ ਵੇਲੇ ਉਹ ਨਾ ਤਾਂ ਉਹ ਫਰੀਸੀ ਡਰਦੇ ਬੋਲਦੇ ਪਏ, ਤੇ ਨਾ ਹੀ ਇਸ ਵੇਲੇ ਪਤਰਸ ਨੂੰ ਨਹੀਂ ਬੋਲਦੇ ਪਏ, ਕਿਉਂਕਿ ਉਹਨਾਂ ਨੂੰ ਪਤਾ ਕਿ ਇਹਦੇ ਕੋਲ ਜਵਾਬ ਹੈਗਾ ਹਰੇਕ ਚੀਜ਼ ਦਾ। ਪ੍ਰਭੂ ਨੇ ਇਹਨੂੰ ਆਪਣੀ ਬੁੱਧ ਦੇ ਨਾਲ ਭਰਿਆ ਆ। ਸੋ ਦੇਖੋ ਕਿੰਨੀ ਪਿਆਰੀ ਚੀਜ਼ ਆ। ਇਹੋ ਹੀ ਚੀਜ਼ ਹੈ ਜਿਹੜੀ ਮੇਰੀ ਕੋਸ਼ਿਸ਼ ਹੁੰਦੀ ਆ ਆਪਣੇ ਭੈਣਾਂ ਭਰਾਵਾਂ ਦੇ ਨਾਲ। ਚੌਥੀ ਆਇਤ ਨੂੰ ਬੜੇ ਧਿਆਨ ਦੇ ਨਾਲ ਦੇਖੋ। ਮਜਬੂਰ ਨਾ ਕੀਤਾ। ਇਹ ਗੱਲ ਮੈਂ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਸਾਡੇ ਵਿੱਚ ਝੂਠੇ ਮਸੀਹੀ ਆ ਰਹੇ ਹਨ, ਜੋ ਸਾਡੀ ਮਸੀਹ ਦੇ ਵਿੱਚ ਮਿਲੀ ਆਜ਼ਾਦੀ ਦੀ ਸੂਹ ਦੇ ਵਿੱਚ ਰਹਿੰਦੇ ਹਨ। ਉਹ ਸਾਨੂੰ ਗੁਲਾਮ ਬਣਾਉਣਾ ਚਾਹੁੰਦੇ ਹਨ। ਪ੍ਰਭੂ ਨੇ ਸਾਨੂੰ ਆਜ਼ਾਦ ਕੀਤਾ। ਪ੍ਰਭੂ ਨੇ ਸਾਨੂੰ ਧਰਮ ਔਰ ਧਾਰਮਿਕਤਾ ਤੋਂ, ਅਸੀਂ ਦੁਨਿਆਵੀ ਧਾਰਮਿਕਤਾ ਨਹੀਂ ਸਾਡੇ ਕੋਲ ਉਹ ਧਾਰਮਿਕਤਾ ਜਿਹੜੀ ਪ੍ਰਭੂ ਨੇ ਸਾਡੇ ਅੰਦਰ ਲਿਖੀ ਆ, ਜਿਹੜੀ ਉਸਨੇ ਸਾਡੇ ਅੰਦਰ ਪਾਈ ਆ, ਔਰ ਉਹਦਾ ਜਿਹੜਾ ਵਾਅਦਾ ਆ ਪ੍ਰਭੂ ਨੇ ਪੂਰਾ ਕੀਤਾ ਆ। ਸੋ ਕਹਿੰਦਾ ਗੁਲਾਮ, ਉਹ ਸਾਨੂੰ ਗੁਲਾਮ ਬਣਾਉਣਾ ਚਾਹੁੰਦੇ ਸਨ, ਪਰ ਅਸੀਂ ਉਹਨਾਂ ਦੀ ਥੋੜੀ ਜਿਹੀ ਵੀ ਗੁਲਾਮੀ ਨਹੀਂ ਚੱਲੀ ਹੈ। ਅਸੀਂ ਚਾਹੁੰਦੇ ਹਾਂ ਕਿ ਸ਼ੁਭ ਸਮਾਚਾਰ ਦਾ ਸੱਚ ਤੁਹਾਡੇ ਲਈ ਸੁਰੱਖਿਅਤ ਰਹੇ। ਸ਼ੁਭ ਸਮਾਚਾਰ ਦਾ ਸਭ ਤੋਂ ਪਹਿਲਾਂ ਇਹੋ ਹੀ ਆ ਕਿ ਹੁਣ ਮੈਂ ਕਿਸੇ ਦੇ ਥੱਲੇ ਨਹੀਂ, ਮੇਰੀ ਗੁਰੂ ਦੀ ਵੀ ਭਾਲ ਮੁੱਕ ਗਈ, ਮੇਰੀ ਰਸਤੇ ਦੀ ਭਾਲ ਵੀ ਮੁੱਕ ਗਈ, ਮੇਰੀ ਮੁਕਤੀ ਦੀ ਭਾਲ ਮੁੱਕ ਗਈ, ਔਰ ਹੁਣ ਮੈਨੂੰ ਆਪਣੇ ਆਪ ਨੂੰ ਕਿਸੇ ਦੇ ਥੱਲੇ ਨਹੀਂ ਕਰਨਾ ਪਏਗਾ, ਕਿਉਂਕਿ ਪ੍ਰਭੂ ਨੇ ਜਿਹੜਾ ਵਾਅਦਾ ਕੀਤਾ ਸੀ ਉਸਨੇ ਪੂਰਾ ਕਰ ਦਿੱਤਾ। ਇਹਨਾਂ ਦੇ ਹੱਥ ਦੇ ਵਿੱਚ ਜਿਹੜੀ ਵਿਵਸਥਾ ਇਹਨਾਂ ਦੇ ਹੱਥ ਦੇ ਵਿੱਚ, ਧਰਮ ਔਰ ਧਾਰਮਿਕਤਾ ਇਹਨਾਂ ਦੇ ਹੱਥਾਂ ਦੇ ਵਿੱਚ, ਜਾਂ ਉਹ ਪੱਥਰ ਦੀਆਂ ਸਲੇਟਾਂ ਤੇ ਲਿਖੀ ਹੋਈ। ਔਰ ਸਾਡੀ ਜਿਹੜੀ ਧਰਮ ਔਰ ਧਾਰਮਿਕਤਾ ਆ ਪ੍ਰਭੂ ਨੇ ਦਿੱਤੀ। ਮੈਂ ਤੁਹਾਨੂੰ ਬਚਨ ਦਾ ਇੱਕ ਹਿੱਸਾ ਦਿਖਾਉਣਾ ਮੰਗਦਾ ਇਜ਼ਕੀਏਲ ਦੀ ਪੁਸਤਕ ਦੇ ਵਿੱਚੋਂ। ਅਗਰ ਅਸੀਂ ਪਿੱਛੇ ਆ ਜਾਈਏ ਥੋੜਾ ਜਿਹਾ, ਕਿਉਂਕਿ ਮਿਸ ਨਹੀਂ ਕਰਨਾ ਮੰਗਦਾ ਮੈਂ। ਇੱਥੋਂ ਤੁਹਾਨੂੰ ਬਰਕਤ ਬਹੁਤ ਮਿਲਣੀ ਹੈ, ਮੈਨੂੰ ਵੀ ਬਰਕਤ ਬਹੁਤ ਮਿਲਦੀ ਜਿਸ ਲਈ ਮੈਂ ਇਹਨਾਂ ਹਿੱਸਿਆਂ ਨੂੰ ਪੜ੍ਹਦਾ। ਇਹ ਮੇਰੇ ਸਭ ਤੋਂ ਪਿਆਰੇ ਹਿੱਸੇ ਆ ਮੇਰੀ ਜ਼ਿੰਦਗੀ ਦੇ, ਜਿਨ੍ਹਾਂ ਤੋਂ ਮੈਨੂੰ ਬਹੁਤ ਕੁਛ ਮਿਲਦਾ। ਪੰਨਾ 1292, ਪੰਨਾ 1292,
ਉਹਦੀ 22 ਆयत ਤੋਂ ਲੈ ਕੇ ਕੋਈ ਜਣਾ 32 ਆयत ਤੱਕ ਪੜ੍ਹਦੇ। ਇਹ 10 ਆयਤਾਂ ਪੜ੍ਹਨੀਆਂ 22 ਤੋਂ 32। ਮੈਂ ਪੜ੍ਹ ਦਿੰਦੀ ਪਾਸਟਰ। Ezekiel 36, Ezekiel 36 ਉਸਦਾ 22ਵਾਂ ਉਸਦਾ 36ਵਾਂ ਪਾਪ 22 ਆयत। Go ahead ਮੇਰੇ ਪੇਪਰ। ਇਸ ਲਈ ਤੂੰ ਇਜ਼ਰਾਈਲੀ ਲੋਕਾਂ ਨੂੰ ਇਹ ਸੰਦੇਸ਼ ਦੇ ਜੋ ਮੈਂ ਪ੍ਰਭੂ ਪਰਮੇਸ਼ਵਰ ਉਹਨਾਂ ਨੂੰ ਦੇ ਰਿਹਾ ਹਾਂ। ਜੋ ਮੈਂ ਕਰਨ ਜਾ ਰਿਹਾ ਹਾਂ ਉਹ ਇਜ਼ਰਾਈਲੀ ਲੋਕਾਂ ਲਈ ਨਹੀਂ ਹੈ, ਸਗੋਂ ਮੈਂ ਆਪਣੇ ਪਵਿੱਤਰ ਨਾਂ ਲਈ ਕਰ ਰਿਹਾ ਹਾਂ, ਜਿਸ ਨੂੰ ਤੁਸੀਂ ਹਰ ਦੇਸ਼ ਵਿੱਚ ਅਪਮਾਨਿਤ ਕੀਤਾ ਜਿੱਥੇ ਵੀ ਤੁਸੀਂ ਗਏ ਸਾਓ। ਜਦੋਂ ਮੈਂ ਉਸ ਦੀ ਪਵਿੱਤਰਤਾ ਨੂੰ ਕੌਮਾਂ ਉੱਤੇ ਪ੍ਰਗਟ ਕਰਾਂਗਾ ਜਿਸ ਨੂੰ ਤੁਸੀਂ ਅਪਮਾਨਿਤ ਕੀਤਾ ਸੀ, ਤਾਂ ਉਹ ਜਾਣਨਗੇ ਕਿ ਮੈਂ ਪ੍ਰਭੂ ਹਾਂ। ਮੈਂ ਪ੍ਰਭੂ ਪਰਮੇਸ਼ਵਰ ਨੇ ਇਹ ਕਿਹਾ ਹੈ। ਮੈਂ ਤੁਹਾਡੀ ਵਰਤੋਂ ਉਹਨਾਂ ਲੋਕਾਂ ਸਾਹਮਣੇ ਇਹ ਪ੍ਰਗਟ ਕਰਨ ਲਈ ਕਰਾਂਗਾ ਕਿ ਮੈਂ ਪਵਿੱਤਰ ਹਾਂ। ਮੈਂ ਤੁਹਾਨੂੰ ਹਰ ਧਰਤੀ ਅਤੇ ਦੇਸ਼ ਤੋਂ ਵਾਪਸ ਤੁਹਾਡੀ ਆਪਣੀ ਧਰਤੀ ਉੱਤੇ ਲਿਆਵਾਂਗਾ। ਮੈਂ ਤੁਹਾਡੇ ਉੱਤੇ ਪਵਿੱਤਰ ਪਾਣੀ ਛਿੜਕ ਕੇ ਤੁਹਾਨੂੰ ਤੁਹਾਡੇ ਸਭ ਬੁੱਤਾਂ ਅਤੇ ਬਾਕੀ ਸਭ ਚੀਜ਼ਾਂ ਨੂੰ ਜਿਨ੍ਹਾਂ ਤੁਹਾਨੂੰ ਸ਼ੁੱਧ ਕੀਤਾ ਸ਼ੁੱਧ ਕਰਾਂਗਾ। ਮੈਂ ਤੁਹਾਨੂੰ ਨਵਾਂ ਮਨ ਅਤੇ ਦਿਲ ਦੇਵਾਂਗਾ। ਮੈਂ ਤੁਹਾਡਾ ਪੱਥਰ ਵਰਗਾ ਦਿਲ ਕੱਢ ਕੇ ਉਸ ਦੀ ਥਾਂ ਆਗਿਆਕਾਰੀ ਦਿਲ ਪਾ ਦੇਵਾਂਗਾ। ਮੈਂ ਤੁਹਾਡੇ ਅੰਦਰ ਆਪਣਾ ਆਤਮਾ ਘੱਲਾਂਗਾ ਤਾਂ ਜੋ ਤੁਸੀਂ ਮੇਰੀਆਂ ਤੁਹਾਨੂੰ ਦਿੱਤੀਆਂ ਵਿਧੀਆਂ ਅਤੇ ਨਿਯਮਾਂ ਦੀ ਪਾਲਣਾ ਕਰੋ। ਤਦ ਤੁਸੀਂ ਉਸ ਧਰਤੀ ਉੱਤੇ ਰਹੋਗੇ ਜੋ ਮੈਂ ਤੁਹਾਡੇ ਪੁਰਖਿਆਂ ਨੂੰ ਦਿੱਤੀ ਸੀ। ਤੁਸੀਂ ਮੇਰੇ ਲੋਕ ਹੋਵੋਗੇ ਤੇ ਮੈਂ ਤੁਹਾਡਾ ਪਰਮੇਸ਼ਵਰ ਹੋਵਾਂਗਾ। ਮੈਂ ਤੁਹਾਨੂੰ ਉਸ ਹਰ ਚੀਜ਼ ਤੋਂ ਬਚਾਵਾਂਗਾ ਜੋ ਤੁਹਾਨੂੰ ਅਸ਼ੁੱਧ ਕਰਦੀ ਹੈ। ਮੈਂ ਤੁਹਾਡੀ ਫਸਲ ਨੂੰ ਸੰਘਣਾ ਕਰਾਂਗਾ ਤਾਂ ਜੋ ਤੁਹਾਨੂੰ ਅੱਗੇ ਤੋਂ ਅਕਾਲ ਦਾ ਮੂੰਹ ਨਾ ਦੇਖਣਾ ਪਵੇ। ਮੈਂ ਤੁਹਾਡੇ ਰੁੱਖਾਂ ਤੇ ਖੇਤਾਂ ਨੂੰ ਇੰਨਾ ਫਲਦਾਰ ਕਰਾਂਗਾ ਕਿ ਤੁਹਾਨੂੰ ਅਕਾਲ ਦਾ ਸਾਹਮਣਾ ਕਰਕੇ ਵੀ ਦੂਜੀਆਂ ਕੌਮਾਂ ਦੇ ਸਾਹਮਣੇ ਸ਼ਰਮਿੰਦੇ ਨਾ ਹੋਣਾ ਪਵੇ। ਤਦ ਤੁਸੀਂ ਆਪਣੀ ਦੁਸ਼ਟਤਾ ਤੇ ਕੀਤੇ ਅਪਰਾਧਾਂ ਨੂੰ ਯਾਦ ਕਰੋਗੇ। ਤੁਸੀਂ ਆਪਣੇ ਪਾਪਾਂ ਅਤੇ ਬੁਰਾਈ ਦੇ ਕਾਰਨ ਆਪਣੇ ਆਪ ਨੂੰ ਘਿਰਨਾ ਕਰੋਗੇ। ਇਜ਼ਰਾਈਲ, ਮੈਂ ਚਾਹੁੰਦਾ ਹਾਂ ਕਿ ਤੂੰ ਜਾਣੇ ਕਿ ਮੈਂ ਇਹ ਸਭ ਤੇਰੀ ਖਾਤਰ ਕਰ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਤੂੰ ਆਪਣੇ ਕੀਤੇ ਉੱਤੇ ਸ਼ਰਮਿੰਦਗੀ ਅਨੁਭਵ ਕਰੇ। ਮੈਂ ਪ੍ਰਭੂ ਪਰਮੇਸ਼ਵਰ ਨੇ ਇਹ ਕਿਹਾ ਹੈ। ਇਹ ਕੀ ਗੱਲ ਸੀ? ਪ੍ਰਭੂ ਨੇ ਉਹਨਾਂ ਨੂੰ ਚਟਾਨ ਪੱਥਰ ਦੀਆਂ ਪਲੇਟਾਂ ਦੇ ਉੱਤੇ ਲਿਖ ਕੇ 2 ਨਿਯਮ ਦਿੱਤੇ। ਉਹਦੇ ਵਿੱਚ ਇੰਨੇ ਖੁੱਭ ਗਏ ਕਿ ਉਹਨਾਂ ਦੇ ਦਿਲ ਵੀ ਪੱਥਰ ਦੇ ਹੋ ਗਏ, ਕਿਉਂਕਿ ਜਿੱਦਾਂ ਦੇ ਤੇਰੇ ਦੇਵਤੇ ਹੋਣਗੇ, ਉਹਨਾਂ ਨੇ ਪ੍ਰਭੂ ਨੂੰ ਛੱਡ ਦਿੱਤਾ ਤੇ ਉਹਨਾਂ ਨੂੰ ਦੇਵਤਾ ਬਣਾ ਲਿਆ। ਜਿੱਦਾਂ ਦੇ ਤੇਰੇ ਦੇਵਤੇ ਹੋਣਗੇ ਉਦਾਂ ਦਾ ਤੂੰ ਆਪ ਹੋਏਗਾ। ਇਸ ਕਰਕੇ ਪ੍ਰਭੂ ਨੇ ਸਾਨੂੰ ਜਿਉਂਦਾ ਪ੍ਰਭੂ ਯਿਸੂ ਮਸੀਹ ਦਿੱਤਾ, ਜਿਸ ਨੇ ਜਿਹੜਾ ਸਾਡੇ ਦਿਲ ਨੂੰ ਨਰਮ ਕਰਦਾ, ਨਮਰ ਕਰਦਾ, ਆਪਣਾ ਵਚਨ ਬੀਜਦਾ ਉਹਦੇ ਵਿੱਚ, ਉਹ ਫਲਦਾਰ ਹੁੰਦਾ। ਇਸ ਕਰਕੇ ਉਸਨੇ ਕਿਹਾ ਸੀ ਮੈਂ ਤੈਨੂੰ ਗੁਲਾਮੀ ਵਿੱਚ ਨਹੀਂ ਪੈਣ ਦਊਂਗਾ। ਇਸ ਕਰਕੇ ਪਤਰਸ ਇਸ ਚੀਜ਼ ਦੇ ਉੱਤੇ ਖੜਾ ਆ ਕਿ ਮੈਂ ਇਹਨਾਂ ਨੂੰ ਉਸ ਗੁਲਾਮੀ ਦੇ ਵਿੱਚ ਮੁੜ ਕੇ ਨਹੀਂ ਪੈਣ ਦਿੱਤਾ। ਜੇ ਤੁਸੀਂ ਇਹਨਾਂ ਨੂੰ ਪਹਿਲਾਂ ਯਹੂਦੀ ਬਣਾਉਣਾ ਮੰਗਦੇ ਆ, ਫਿਰ ਇਹ ਕ੍ਰਿਸਚਨ ਹੋ ਸਕਦੇ, ਮਸੀਹ ਦੇ ਵਿੱਚ ਆ ਸਕਦੇ ਆ। ਉਹਨਾਂ ਨੂੰ ਤਾਂ ਕਿਸੇ ਨੇ ਮਸੀਹ ਕਿਹਾ ਵੀ ਨਹੀਂ। ਸਭ ਤੋਂ ਪਹਿਲਾਂ ਮਸੀਹੀ ਐਂਟੀਓਖ ਦੇ ਵਿੱਚ ਪ੍ਰਭੂ ਦੀਆਂ ਲੋਕਾਂ ਨੂੰ, ਜਿਹੜੇ ਦੂਜੀਆਂ ਕੌਮਾਂ ਤੋਂ ਆਏ ਸੀ, ਉਹਨਾਂ ਨੂੰ ਕਿਹਾ ਗਿਆ, ਉਹਨਾਂ ਨੂੰ ਕ੍ਰਿਸਚਨ ਕਿਹਾ ਗਿਆ, ਨਾ ਕਿ ਯਹੂਦੀਆਂ ਨੂੰ। ਔਰ ਉਹ ਤਾਂ ਹਾਲੇ ਵੀ ਆਪਣੇ ਆਪ ਨੂੰ ਮੈਸੀਆਨਿਕ ਜਿਊਜ਼ ਕਹਿੰਦੇ। ਬਹੁਤ ਸਾਰੇ ਯਹੂਦੀ ਪ੍ਰਭੂ ਦੇ ਕੋਲ ਆਏ ਆ, ਲੇਕਿਨ ਆਪਣੇ ਆਪ ਨੂੰ ਮੈਸੀਆਨਿਕ ਜਿਊਜ਼ ਕਹਿੰਦੇ। ਕ੍ਰਾਈਸਟ ਇਨ ਜਿਹੜਾ ਸ਼ਬਦ ਆ ਉਹ ਦੂਜੀਆਂ ਕੌਮਾਂ ਨੂੰ ਦਿੱਤਾ ਗਿਆ ਹੈ, ਔਰ ਦੂਸਰੀਆਂ ਕੌਮਾਂ ਨੂੰ ਜਿਹੜੀ ਬਰਕਤ ਮਿਲੀ ਆ ਉਹ ਉਹਨਾਂ ਤੋਂ ਕਿਤੇ ਵੱਡੀ ਮਿਲੀ। ਸੋ ਇਸ ਕਰਕੇ ਅਸੀਂ ਜਿੱਥੋਂ ਆਏ ਆ ਉੱਥੋਂ ਸਾਨੂੰ ਬਾਬਿਆਂ ਨੇ, ਔਰ ਜਿਹੜੇ ਮੋੜ ਤੇ ਦੇਖੋ ਕੋਈ ਨਾ ਕੋਈ ਬਾਬਾ ਬੈਠਾ ਹੈ, ਸਾਨੂੰ ਉਲਝਾਇਆ ਪਿਆ ਸੀ। ਲੇਕਿਨ ਹੁਣ ਅਸੀਂ ਉਸ ਉਲਝਣ ਦੇ ਵਿੱਚ ਮੁੜ ਕੇ ਨਹੀਂ ਪੈਣਾ, ਆਪਣੇ ਆਪ ਨੂੰ ਬਚਾ ਕੇ ਰੱਖਣਾ। ਇਹ ਚੀਜ਼ ਉਹ ਕਹਿ ਰਿਹਾ, ਮੁੜ ਕੇ ਗੁਲਾਮੀ ਨਹੀਂ। नो मोर, नो मोर। ਕਿਸੇ ਦੇ ਕੋਲ ਕੋਈ ਡੂੰਘਾ ਗਿਆਨ ਨਹੀਂ, ਮੇਰੇ ਕੋਲ ਕੋਈ ਡੂੰਘਾ ਗਿਆਨ ਨਹੀਂ। ਮੈਂ 2 ਤਰ੍ਹਾਂ ਬਾਈਬਲ ਪੜ੍ਹਦਾ। ਇੱਕ ਮੈਂ ਬਾਈਬਲ ਪੜ੍ਹਦਾ ਜਿਸ ਲਈ ਮੈਂ ਸ਼ਾਮ ਦੀ ਤਿਆਰੀ ਕਰਨੀ ਹੁੰਦੀ ਆ, ਔਰ ਇੱਕ ਬਾਈਬਲ ਮੈਂ ਪੜ੍ਹਦਾ ਸਿਰਫ ਮੈਂ ਆਪਣੀ ਜਾਨ ਲਈ ਪੜ੍ਹਦਾ।
ਔਰ ਉਹਦੇ ਵਿੱਚੋਂ ਮੈਂ ਕਦੀ ਕੋਟ ਨਹੀਂ ਕੀਤਾ। ਆਪਣੀ ਸ਼ਾਮ ਦੀ ਬਾਈਬਲ ਸਟੱਡੀ ਦੇ ਜਿੰਨਾ ਮਰਜ਼ੀ ਕੋਈ ਆਇਤ ਫਿੱਟ ਹੁੰਦੀ ਹੋਵੇ, ਕਦੀ ਕੋਟ ਨਹੀਂ ਕੀਤਾ। ਉਹ ਮੈਂ ਆਪਣੀ ਜਾਨ ਦੇ ਲਈ ਪੜ੍ਹਦਾ, ਆਪਣੀ ਆਤਮਾ ਦੇ ਲਈ ਪੜ੍ਹਦਾ ਕਿ ਸੁਣ ਵਚਨ ਕੀ ਕਹਿੰਦਾ ਤੈਨੂੰ। ਸੋ ਜਿਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਆਪਣਾ ਸਮਾਂ ਦੇਣ ਲੱਗ ਪੈਂਦੇ ਹਾਂ ਤੇ ਪ੍ਰਭੂ ਆਪੇ ਹੀ ਸਾਰੀਆਂ ਚੀਜ਼ਾਂ ਲਿਆ ਕੇ ਮੋਰੇ ਰੱਖ ਦਿੰਦਾ। ਇਹੋ ਤਾਂ ਕਮਾਲ ਹੈ ਪਵਿੱਤਰ ਆਤਮਾ ਦਾ। ਇਹੋ ਹੀ ਕਮਾਲ ਹੈ ਕਿ ਅਸੀਂ ਆਪਣੇ ਆਪ ਨੂੰ ਬਸ ਪ੍ਰਭੂ ਦਾ ਸਿਵਾਏ ਕਿਸੇ ਹੋਰ ਦੇ ਹੱਥ ਦੇ ਥੱਲੇ ਨਾ ਕਰੀਏ। ਦੇਖੋ ਅੱਗੇ ਕੀ ਹੋਏਗਾ। ਕਹਿੰਦਾ ਹਾਂ ਉਹ ਜੋ ਜ਼ਿੰਮੇਵਾਰ ਨੇਤਾ ਸਮਝੇ ਜਾਂਦੇ ਹਨ ਉਹ ਕੀ ਹਨ? ਹਾਲ ਤੱਕ ਜਿਹੜੇ ਦੂਜੇ 11 ਆ ਉਹ ਜਿੰਦੇ ਆ। ਔਰ ਦੇਖੋ ਕਿਸ ਤਰ੍ਹਾਂ ਕਹਿ ਰਿਹਾ, ਕਹਿੰਦਾ ਹਾਂ ਉਹ ਜੋ ਜ਼ਿੰਮੇਦਾਰ ਨੇਤਾ ਸਮਝੇ ਜਾਂਦੇ ਹਨ ਉਹ ਕੀ ਹਨ? ਇਸ ਦੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈ, ਕਿਉਂਕਿ ਪਰਮੇਸ਼ਵਰ ਕਿਸੇ ਦਾ ਮੂੰਹ ਦੇਖ ਕੇ ਨਿਆਂ ਨਹੀਂ ਕਰਦਾ ਹੈ। ਇਹਨਾਂ ਜ਼ਿੰਮੇਦਾਰ ਨੇਤਾਵਾਂ ਦੇ ਕੋਲੋਂ ਵੀ ਮੈਨੂੰ ਕੋਈ ਗੱਲ ਨਾ ਮਿਲ ਸਕੀ, ਕੋਈ ਨਵੀਂ ਚੀਜ਼ ਨਹੀਂ ਮੈਨੂੰ ਉਹਨਾਂ ਤੋਂ ਮਿਲ ਸਕੀ। ਕਿਉਂ? ਉਹਨਾਂ ਨੇ ਗਿਰਤ ਪਹਿਲਾਂ ਹੀ ਆਪਣੀ ਗਾੜ ਲਈ। ਜਿੱਦਾਂ ਹੀ ਉਹ ਸ਼ੁਰੂ ਹੋ ਗਏ ਵੀ ਹੁਣ ਅਸੀਂ 12ਵਾਂ ਬੰਦਾ ਚੁਣਨਾ, ਤਾਂ ਪ੍ਰਭੂ ਨੇ ਉਸ ਵੇਲੇ ਜਿਹੜੀਆਂ ਪ੍ਰਭੂ ਤੋਂ ਬਰਕਤਾਂ ਉਹਨਾਂ ਨੂੰ ਮਿਲੀਆਂ ਸੀਗੀਆਂ ਉਹਨਾਂ ਨੂੰ ਆਪਣੇ ਆਪ ਨੂੰ ਪਿੱਛੇ ਖਿੱਚਣ ਲੱਗ ਪਏ। ਪੌਲ ਦੀ ਮਿਨਿਸਟਰੀ ਨੂੰ ਦੇਖ ਕੇ ਮੁੜ ਕੇ ਉਹ ਸਾਰੇ ਮੁੜ ਕੇ ਆਏ ਸੀਗੇ। ਮੁੜ ਕੇ ਉਹਨਾਂ ਦੇ ਵਿੱਚ ਇੱਕ ਅੱਗ ਜੀ ਪੈਦਾ ਦੁਆਰਾ ਹੋਈ ਸੀ ਤਾਂ ਉਹਨਾਂ ਨੇ ਪ੍ਰਭੂ ਦੇ ਲਈ ਕੰਮ ਕੀਤਾ। ਨਹੀਂ ਤਾਂ ਅੰਦਰ ਬੈਠੇ ਹਾਈ ਕੁਛ ਕਰਦੇ ਰਹਿੰਦੇ ਸੀ, ਮੀਟਿੰਗਾਂ ਕਰਦੇ ਰਹਿੰਦੇ ਸੀਗੇ। ਔਰ ਪੌਲੁਸ ਨੇ ਕਹਿਤਾ ਕਿ ਵੀ ਇਹ ਕੰਮ ਮੇਰੇ ਤੋਂ ਨਹੀਂ ਹੋਣੇ। ਮੈਨੂੰ ਤਾਂ ਉਹਨੇ ਚੁਣਿਆ ਕਿ ਮੈਂ ਪ੍ਰਭੂ ਦਾ ਵਚਨ ਸੁਣਾਵਾਂ ਬਾਹਰ ਜਾ ਕੇ ਲੋਕਾਂ ਨੂੰ। ਔਰ ਭਾਈ ਮੈਂ ਤਾਂ ਉਹ ਕੰਮ ਕਰਨਾ। ਮੈਂ ਕੀ ਸੁਣਾਉਣਾ ਆ ਮੈਂ ਤੁਹਾਨੂੰ ਦੱਸ ਦਿੱਤਾ। ਆਹ ਸ਼ੁਭ ਸਮਾਚਾਰ ਮੈਂ ਜਾ ਕੇ ਸੁਣਾਉਣਾ ਉਹਨਾਂ ਨੂੰ, ਔਰ ਇਹ ਜੇ ਠੀਕ ਨਹੀਂ ਤਾਂ ਮੈਨੂੰ ਦੱਸ ਦਿਓ। ਔਰ ਸ਼ੁਭ ਸਮਾਚਾਰ ਦੇ ਅਨੁਸਾਰ ਮੈਂ ਯੂਨਾਨੀ ਨੂੰ ਸਤੀਤਸ ਨਾਲ ਲੈ ਕੇ ਆਇਆ, ਔਰ ਇਹਦੀ ਸੁਨਤ ਹੋਣੀ ਕੋਈ ਜ਼ਰੂਰੀ ਨਹੀਂ। ਇਹਦਾ ਯਹੂਦੀ ਬਣਨਾ ਕੋਈ ਜ਼ਰੂਰੀ ਨਹੀਂ। ਇਹ ਚੀਜ਼ ਇੱਥੇ ਹੋ ਰਹੀ ਹੈ। ਪਰ ਇਸ ਸਭ ਦੇ ਉਲਟ ਉਹਨਾਂ ਨੇ ਦੇਖਿਆ ਕਿ ਜਿਸ ਤਰ੍ਹਾਂ ਪਤਰਸ ਨੂੰ ਪਰਮੇਸ਼ਰ ਨੇ ਯਹੂਦੀ ਲੋਕਾਂ ਨੂੰ ਸ਼ੁਭ ਸਮਾਚਾਰ ਸੁਣਾਉਣ ਦਾ ਕੰਮ ਸੌਂਪਿਆ ਹੈ, ਉਸੇ ਤਰ੍ਹਾਂ ਉਸ ਨੇ ਮੈਨੂੰ ਦੂਜੀਆਂ ਜਾਤਾਂ ਦੂਜੀਆਂ ਕੌਮਾਂ ਅਰਥਾਤ ਸੁੰਨਤੀਆਂ ਨੂੰ ਸ਼ੁਭ ਸਮਾਚਾਰ ਸੁਣਾਉਣ ਦਾ ਕੰਮ ਸੌਂਪਿਆ ਹੈ। ਜਿਸ ਪਰਮੇਸ਼ਰ ਨੇ ਪਤਰਸ ਨੂੰ ਯਹੂਦੀਆਂ ਅਰਥਾਤ ਸੁੰਨਤੀਆਂ ਦੇ ਲਈ ਸੰਦੇਸ਼ਵਾਹਕ ਹੋਣ ਦੇ ਲਈ ਯੋਗ ਠਹਿਰਾਇਆ ਹੈ, ਉਸੇ ਨੇ ਮੈਨੂੰ ਦੂਜੀਆਂ ਕੌਮਾਂ ਦੇ ਲਈ ਸੰਦੇਸ਼ਵਾਹਕ ਹੋਣ ਦੇ ਲਈ ਯੋਗ ਠਹਿਰਾਇਆ ਹੈ। ਇਸੇ ਲਈ ਜਦੋਂ ਯਾਕੂਬ, ਕੈਫਾ ਅਤੇ ਯਹੂਨਾ ਨੇ ਜੋ ਵਿਸ਼ਵਾਸ ਸੰਗਤ ਦੇ ਥੰਮ ਸਮਝ ਜਾਂਦੇ ਹਨ, ਜਾਣਿਆ ਕਿ ਮੈਨੂੰ ਪਰਮੇਸ਼ਰ ਦੇ ਕੋਲੋਂ ਕਿਰਪਾ ਦਾ ਦਾਨ ਮਿਲਿਆ ਹੈ। ਇਟ ਇਜ਼ ਨਾਟ ਅਗੇਨ, ਤੁਸੀਂ ਧਿਆਨ ਦੇ ਨਾਲ ਦੇਖੋ, ਇਸ ਉਹਦੀ ਆਪਣੀ ਬੁੱਧ ਨਹੀਂ, ਇਹ ਵੀ ਦਾਨ ਆ, ਬੁੱਧੀ ਦਾਨ ਆ ਪ੍ਰਭੂ ਦੀ। ਕਿਰਪਾ ਦਾ ਦਾਨ ਮਿਲਿਆ ਹੈ ਤਾਂ ਉਹਨਾਂ ਬਾਰਨਬਾਸ ਅਤੇ ਮੈਨੂੰ ਆਪਣੀ ਸੇਵਾ ਦੇ ਲਈ ਭਿਆਲ ਸਮਝਦੇ ਹੋਏ ਸਾਡੇ ਲਈ ਆਪਣੇ ਸੱਜੇ ਹੱਥ ਮਿਲਾਏ ਅਤੇ ਦੂਜੀਆਂ ਕੌਮਾਂ ਦੇ ਕੋਲ ਜਾਈਏ ਅਤੇ ਸੁੰਨਤੀਆਂ ਅਰਥਾਤ ਯਹੂਦੀਆਂ ਦੇ ਕੋਲ, ਉਹ ਸੁੰਨਤੀਆਂ ਤੇ ਅਰਥਾਤ ਯਹੂਦੀਆਂ ਦੇ ਕੋਲ ਜਾਣ। ਉਹਨਾਂ ਨੇ ਕੇਵਲ ਇੱਕ ਗੱਲ ਕਹੀ ਕਿ ਅਸੀਂ ਗਰੀਬਾਂ ਨੂੰ ਯਾਦ ਰੱਖੀਏ, ਜੋ ਮੈਂ ਉਦਾਂ ਵੀ ਕਰਨ ਦਾ ਚਾਹਵਾਨ ਸੀ। ਔਰ ਅਸੀਂ ਆਲਰੇਡੀ ਦੇਖ ਲਿਆ ਕਿ ਉਹਨਾਂ ਨੇ ਗਰੀਬਾਂ ਦੇ ਲਈ ਉਹਨਾਂ ਨੇ ਧਨ ਇਕੱਠਾ ਕੀਤਾ ਤੇ ਉਹਨਾਂ ਨੇ ਕੱਲਿਆ। ਪਹਿਲੀ ਵਾਰੀ ਜਿਹੜਾ ਧਨ ਬਾਹਰਲੀ ਦੂਜੀਆਂ ਕੌਮਾਂ ਤੋਂ ਆ ਰਿਹਾ, ਉਹ ਪੌਲੁਸ ਇਕੱਠਾ ਕਰਕੇ ਲਿਆਇਆ ਸੀ ਚਰਚ ਦੇ ਲਈ। ਔਰ ਜਿਹੜੇ ਕਿਉਂਕਿ ਕਾਲ ਪਿਆਣ ਵਾਲਾ ਸੀਗਾ, ਕਲੌਡੀਅਸ ਦੇ ਟਾਈਮ ਦੇ ਉੱਤੇ 2 ਸਾਲ ਕਾਲ ਪਿਆ ਸੀਗਾ, 3.5 ਸਾਲ ਉਹਨੇ ਰਾਜ ਮਸੀਹ ਕੀਤਾ ਸੀਗਾ। ਤੇ ਉਸ ਕਾਲ ਤੋਂ ਪ੍ਰਭੂ ਦੀਆਂ ਲੋਕਾਂ ਨੂੰ, ਇਹ ਜਿਹੜੇ ਯਹੂਦੀਆਂ ਨੂੰ ਦੂਸਰੀਆਂ ਕੌਮਾਂ ਨੇ ਬਚਾਇਆ ਸੀ, ਕ੍ਰਿਸਚੀਅਨ ਚਰਚ ਨੇ ਬਚਾਇਆ ਸੀ।
ਕਿੰਨੀ ਵੱਡੀ ਬਰਕਤ ਆ। ਉੱਥੇ ਪ੍ਰਭੂ ਨੇ ਦਿਖਾ ਦਿੱਤਾ ਕਿ ਕਿਸ ਤਰ੍ਹਾਂ ਮੈਂ ਇਸ ਬਰਕਤ ਨੂੰ ਦੂਜੀਆਂ ਕੌਮਾਂ ਤੇ ਲੈ ਕੇ ਜਾਊਂਗਾ। ਤੁਹਾਡੀ ਬਰਕਤ ਸਿਰਫ ਇਹ ਹੋਏਗੀ ਕਿ ਤੁਹਾਨੂੰ ਮਾਣ ਮਿਲੇਗਾ, ਯਹੂਦੀਆਂ ਨੂੰ ਇਸ ਦਾ ਮਾਣ ਮਿਲੇਗਾ, ਪਰ ਉਹਨਾਂ ਦੇ ਲਈ ਜੀਵਨ ਦਾ ਸੋਮਾ ਹੋਏਗਾ, ਉਹਨਾਂ ਦੇ ਲਈ ਜੀਵਨ ਦਾ ਸੋਮਾ ਹੋਏਗਾ। ਸੋ ਕੀ ਇਹ ਸਭ ਕੁਝ ਦੇਖਦਿਆਂ ਹੋਇਆਂ ਜਿਹੜੇ ਪਤਰਸ ਹੋਣੀ ਸੀ ਉਹ ਬਦਲ ਗਏ? ਨੋ। ਆਓ ਹੁਣ ਦੇਖੀਏ, ਮੇਰੇ ਨਾਲ ਕੋਈ ਜਾਣਾ ਇਸ ਦੀਆਂ 11 ਤੋਂ ਲੈ ਕੇ 14 ਆਇਤ ਤੱਕ ਪੜ੍ਹੇ। ਗਤੀਆਂ ਦਾ ਦੂਸਰਾ ਭਾਗ 11 ਤੋਂ 14, ਜਿਸ ਨੂੰ ਮਿਲ ਜਾਏ। ਪਰ ਜਦੋਂ ਪਤਰਸ ਅੰਤਾਕਿਆ ਵਿੱਚ ਆਇਆ ਤਾਂ ਮੈਂ ਉਸਦੇ ਮੂੰਹ ਤੇ ਵਿਰੋਧ ਕੀਤਾ, ਕਿਉਂਕਿ ਉਹ ਦੋਸ਼ੀ ਸੀ। ਪਹਿਲਾਂ ਉਹ ਦੂਜੀਆਂ ਕੌਮਾਂ ਦੇ ਲੋਕਾਂ ਨਾਲ ਬੈਠ ਕੇ ਭੋਜਨ ਕਰਦਾ ਸੀ, ਪਰ ਜਦੋਂ ਕੁਝ ਲੋਕੀ ਯਾਕੂਬ ਕੋਲੋਂ ਉੱਥੇ ਆਏ ਤਾਂ ਉਹ ਆਪਣੇ ਆਪ ਨੂੰ ਪਿੱਛੇ ਖਿੱਚਣ ਲੱਗਾ ਤੇ ਇਕੱਲਾ ਰਹਿਣ ਲੱਗਾ, ਕਿਉਂਕਿ ਉਹ ਉਹਨਾਂ ਤੋਂ ਡਰਨ ਲੱਗਾ ਜੋ ਸੁੰਨਤ ਦੇ ਹੱਕ ਵਿੱਚ ਸਨ। ਉੱਥੇ ਰਹਿੰਦੇ ਬਾਕੀ ਯਹੂਦੀ ਵੀ ਪਤਰਸ ਦੇ ਨਾਲ ਇਸ ਪਖੰਡ ਵਿੱਚ ਮਿਲ ਗਏ, ਇੱਥੋਂ ਤੱਕ ਕਿ ਬਰਨਬਾਸ ਵੀ ਉਹਨਾਂ ਦੀ ਇਸ ਪਖੰਡੀ ਚਾਲ ਵਿੱਚ ਫਸ ਕੇ ਭਟਕ ਗਿਆ। ਪਰ ਜਦੋਂ ਮੈਂ ਦੇਖਿਆ ਕਿ ਉਹਨਾਂ ਦਾ ਰਹਿਣ ਸਹਿਣ ਸ਼ੁਭ ਸਮਾਚਾਰ ਦੇ ਸੱਚ ਅਨੁਸਾਰ ਨਹੀਂ ਹੈ, ਤਾਂ ਮੈਂ ਪਤਰਸ ਨੂੰ ਉਹਨਾਂ ਸਭ ਦੇ ਸਾਹਮਣੇ ਕਿਹਾ, ਤੂੰ ਜਨਮ ਦਾ ਯਹੂਦੀ ਹੈ, ਪਰ ਫਿਰ ਵੀ ਤੂੰ ਦੂਜੀਆਂ ਕੌਮਾਂ ਦੀ ਤਰ੍ਹਾਂ ਰਹਿ ਰਿਹਾ ਹੈ, ਯਹੂਦੀਆਂ ਦੀ ਤਰ੍ਹਾਂ ਨਹੀਂ। ਤੂੰ ਦੂਜੀਆਂ ਕੌਮਾਂ ਦੇ ਲੋਕਾਂ ਨੂੰ ਯਹੂਦੀਆਂ ਦੀ ਤਰ੍ਹਾਂ ਰਹਿਣ ਸਹਿਣ ਲਈ ਕਿਉਂ ਮਜਬੂਰ ਕਰ ਰਿਹਾ ਹੈ? ਸੋ ਇਸ ਜਿੱਦਾਂ ਕਿ ਉਹ ਛੱਟਾ, ਜਿੱਦਾਂ ਕਿ ਉਹ ਛੱਜ ਦੇ ਵਿੱਚ ਛੱਟਿਆ, ਜਿਹੜੀਆਂ ਵਧੀਆ ਚੀਜ਼ਾਂ ਸੀ ਕੱਢ ਕੇ ਰੱਖ ਲਈਆਂ ਤੇ ਜਿਹੜੀਆਂ ਕੁੰਡੀਆਂ ਸੀਗੀਆਂ ਉਹਨਾਂ ਦੇ ਉੱਤੇ ਉਂਗਲਾਂ ਚੱਕਣੀਆਂ ਸ਼ੁਰੂ ਕਰ ਦਿੱਤੀਆਂ। ਸੋ ਹੁਣ ਉਹਨਾਂ ਨੇ ਕੀ ਕੀਤਾ ਹੈਗਾ, ਪਤਰਸ ਐਂਟੀਓਖ ਦੇ ਵਿੱਚ ਉਹਨਾਂ ਨੂੰ ਮਿਲਣ ਦੇ ਲਈ ਗਿਆ ਹੈ ਤੇ ਚਰਚ ਨੂੰ ਦੇਖਣ ਗਿਆ ਵੀ ਕੀ ਹੋ ਰਿਹਾ ਉੱਥੇ। ਤਾਂ ਉੱਥੇ ਉਹਨਾਂ ਦੇ ਨਾਲ ਉਹ ਦੂਸਰੀਆਂ ਕੌਮਾਂ ਦੇ ਨਾਲ ਮਿਲ ਕੇ ਖਾਂਦਾ ਪੀਂਦਾ ਸੀ ਔਰ ਪ੍ਰਭੂ ਦਾ ਵਚਨ ਸੁਣਾਉਂਦਾ ਸੀ ਔਰ ਦੇਖ ਰਿਹਾ ਸੀ ਕਿ ਪ੍ਰਭੂ ਕਿਸ ਤਰ੍ਹਾਂ ਵਧਾ ਰਿਹਾ। ਔਰ ਜਦੋਂ ਪਿੱਛੋਂ ਯਾਕੂਬ ਦੇ ਕੋਲੋਂ ਕੁਝ ਹੋਰ ਬੰਦੇ ਆਏ ਤਾਂ ਉਸਨੇ ਡਰਾਮੇ ਕਰਨੇ ਸ਼ੁਰੂ ਕਰ ਦਿੱਤੇ। ਇਸ ਪੁਸਤਕ ਦੀ ਸਭ ਤੋਂ ਵੱਡੀ ਪਤਾ ਚੀਜ਼ ਕੀ ਹੈ? ਹਰ ਇੱਕ ਬੰਦੇ ਦੀ ਗਲਤੀ ਇਹ 'ਚ ਦੱਸੀ ਗਈ, ਕਿਸੇ ਨੂੰ ਉੱਚਾ ਨਹੀਂ ਚੁੱਕਿਆ ਗਿਆ ਸਿਵਾਏ ਮਸੀਹ ਯਿਸੂ ਤੋਂ। ਔਰ ਪੌਲੁਸ ਕੁਝ ਦਿਨਾਂ ਤੱਕ ਇਹ ਦੇਖਦਾ ਰਿਹਾ ਕਿ ਕਰਦੇ ਕੀ ਪਏ ਹੈ। ਬਰਨਬਾਸ ਵੀ ਉਹਨਾਂ ਦੇ ਨਾਲ ਰਲ ਗਿਆ, ਯਾਨੀ ਕਿ ਖਾਣਾ, ਕੋਸ਼ਰ ਖਾਣਾ, ਜੋ ਪੁਰਾਣੇ ਨਿਯਮ ਦੇ ਹਿਸਾਬ ਦੇ ਨਾਲ ਉਹ ਚੀਜ਼ਾਂ ਲੱਭਣੀਆਂ ਆ, ਤੇ ਜਿਹੜੇ ਬਾਕੀ ਦੇ ਨਿਯਮ ਉਹਨਾਂ ਨੇ ਦੱਸੇ ਤੇ ਉਹ ਨਹੀਂ ਫਿਰ ਮੰਨਣੇ। ਉਹ ਕਹਿੰਦਾ ਵੀ ਜੇ ਤੂੰ ਇੱਕ ਖਾਣੇ ਨੂੰ ਦੇਖ ਕੇ ਤਾਂ ਬੜਾ ਤੂੰ ਕਰਦਾ ਪਿਆ, ਜਿਹੜੇ ਬਾਕੀ ਦੀਆਂ ਚੀਜ਼ਾਂ ਉਹ ਕਿਉਂ ਨਹੀਂ ਮੰਨਦਾ ਪਿਆ? ਸੋ ਤੁਸੀਂ ਇੱਥੇ ਤੱਕ ਦੇਖ ਸਕਦੇ ਹੋ ਕਿ ਵੈਰੀ ਨੇ ਕਿੰਨੇ ਹਮਲੇ ਕੀਤੇ ਆ। ਬਹੁਤ ਛੋਟੀ ਜਿਹੀ ਚਰਚ ਤੇ ਉਸਨੇ ਕਿੰਨੇ ਹਮਲੇ ਕੀਤੇ। ਐਂਟੀਓਖ ਦੀ ਚਰਚ ਤੋਂ ਵਿਸ਼ਵਾਸ ਸਾਡੇ ਤੱਕ ਆਇਆ, ਗਲਾਤੀਆਂ ਤੋਂ ਜਿਹੜਾ ਵਿਸ਼ਵਾਸ ਉਹ ਸਾਡੇ ਤੱਕ ਆਇਆ। ਜਿਹੜੇ ਗਾਲ ਦੇ ਜਿਹੜੇ ਲੋਕ ਆ ਨਾ, ਉਹ ਗਾਂਹ ਜਾ ਕੇ ਉਹਨਾਂ ਵਿੱਚੋਂ ਇੱਕ ਗਰੁੱਪ ਉੱਥੋਂ ਉੱਠ ਕੇ ਚਲਾ ਗਿਆ ਸੀਗਾ, ਉਹਨਾਂ ਨੇ ਜਾ ਕੇ ਫਰਾਂਸ ਵਸਾਇਆ, ਤੇ ਜਿਹੜਾ ਦੂਜਾ ਗਰੁੱਪ ਸੀ ਉਹਨਾਂ ਨੇ ਜਾ ਕੇ ਆਇਰਲੈਂਡ ਤੇ ਸਕਾਟਲੈਂਡ ਵਸਾਇਆ। ਦੋ ਗਰੁੱਪ ਉੱਥੋਂ ਨਿਕਲ ਗਏ ਸੀਗੇ। ਉਹਨਾਂ ਨੂੰ ਗਾਲ ਲੋਕ ਕਹਿੰਦੇ ਆ, ਉਹ ਹਾਲੇ ਵੀ ਉਹਨਾਂ ਨੂੰ ਗਾਲ ਕਿਹਾ ਜਾਂਦਾ। ਪ੍ਰਭੂ ਦਾ ਵਚਨ ਉਹ ਲੈ ਕੇ ਗਏ ਸੀ। ਸੋ ਇਸ ਜਗ੍ਹਾ ਤੋਂ ਪ੍ਰਭੂ ਦੇ ਵਚਨ ਦਾ ਤੁਸੀਂ ਇਹ ਕਹਿ ਸਕਦੇ ਕਿ ਛਰਾਟਾ ਪਿਆ ਸੀ ਇੱਕ ਤਰ੍ਹਾਂ ਦਾ, ਔਰ ਏਦਾਂ ਫੈਲਿਆ ਸੀ। ਲੇਕਿਨ ਦੇਖੋ ਇੱਥੇ ਹਮਲਾ ਕਿੰਨਾ ਭਾਰਾ ਹੋਇਆ ਕਿ ਪਤਰਸ ਆਇਆ। ਸਾਰਿਆਂ ਨੂੰ ਪਤਾ ਕਿ ਪਤਰਸ ਜਿਹੜਾ ਸੀ ਉਸ ਨੂੰ ਪ੍ਰਭੂ ਨੇ ਚੁਣਿਆ, ਵੱਖਰਾ ਕੀਤਾ। ਬਰਨਬਾਸ ਤਾਂ ਚਲੋ ਉਹਨਾਂ ਨੂੰ ਚੇਲਾ ਨਹੀਂ ਗਿਣਦੇ ਸੀਗੇ, ਚੇਲਿਆਂ ਚੋਂ ਨਹੀਂ ਗਿਣਦੇ ਸੀਗੇ, ਲੇਕਿਨ ਪਤਰਸ ਨੂੰ ਬਹੁਤ ਗਿਣਦੇ ਸੀਗੇ। ਔਰ ਜਿਸ ਲਈ ਉਹਨੇ ਡਰਾਮੇ ਕਰਨੇ ਸ਼ੁਰੂ ਕਰ ਦਿੱਤੇ ਤਾਂ ਫਿਰ ਤੁਸੀਂ ਇਹ ਦੇਖ ਲਓ, ਸੰਤ ਪੌਲ ਨੇ ਉਸਨੂੰ ਬਖਸ਼ਿਆ ਨਹੀਂ। ਉਸਨੂੰ ਦੱਸਤਾ ਕਿ ਤੂੰ ਜੋ ਕਰ ਰਿਹਾ ਹੈ ਗਲਤ ਕਰ ਰਿਹਾ।
ਇਹ ਵਚਨ ਦੇ ਖਿਲਾਫ ਕਰਦਾ ਪਿਆ, ਤੂੰ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਮੂਹਰੇ ਰੱਖਦਾ ਪਿਆ, ਜਦ ਕਿ ਪ੍ਰਭੂ ਯਿਸੂ ਨੇ ਵੀ ਕਹਿ ਦਿੱਤਾ ਸੀਗਾ ਕਿ ਇਹ ਖਾਣ ਪੀਣ ਵਾਲੀਆਂ ਚੀਜ਼ਾਂ ਤੁਹਾਨੂੰ ਅਸ਼ੁੱਧ ਨਹੀਂ ਕਰਦੀਆਂ, ਤੁਹਾਡਾ ਅੰਤਕਰਨ ਤੁਹਾਨੂੰ ਅਸ਼ੁੱਧ ਕਰਦਾ। ਤੁਸੀਂ ਕੀ ਖਾਧਾ ਤੇ ਕੀ ਪੀਤਾ ਇਹ ਨਹੀਂ ਅਸ਼ੁੱਧ ਕਰਦਾ। ਅਸ਼ੁੱਧ ਉਹ ਚੀਜ਼ਾਂ ਕਰਦੀਆਂ ਜਿਹੜੀਆਂ ਅੰਦਰੋਂ ਨਿਕਲਦੀਆਂ। ਉਹ ਹੈ ਬੇਈਮਾਨੀ, ਨਫ਼ਰਤ, ਕਤਲ ਤੱਕ ਪ੍ਰਭੂ ਯਿਸੂ ਮਸੀਹ ਨੇ ਕਿਹਾ। ਪਰ ਉਹ ਚੀਜ਼ਾਂ ਜਿਹੜੀਆਂ ਸਾਨੂੰ ਅਪਵਿੱਤਰ ਕਰਦੀਆਂ, ਇਹ ਹੱਥ ਧੋ ਲੈਣੇ ਆ, ਧੋ ਕੇ ਇੱਕ ਤਰੀਕੇ, ਹੱਥ ਧੋਣੇ ਚ ਖਾਣੇ ਤੋਂ ਪਹਿਲਾਂ ਧੋਣੇ ਚਾਹੀਦੇ ਆ, ਮੈਂ ਇਹ ਨਹੀਂ ਕਹਿੰਦਾ, ਲੇਕਿਨ ਹੱਥ ਧੋਣੇ ਇਸ ਤਰੀਕੇ ਦੇ ਨਾਲ ਕਿ ਜਿਹੜਾ ਪਾਣੀ ਆ ਉਹ ਵਾਪਸ ਨਾ ਆਵੇ। ਜੇ ਪਾਣੀ ਮੁੜ ਕੇ ਵਾਪਸ ਆ ਗਿਆ ਤੇ ਫਿਰ ਅਸੀਂ ਅਸ਼ੁੱਧ ਹੋ ਗਏ, ਫਿਰ ਮੁੜ ਕੇ ਹੱਥ ਧੋਣੇ, ਤੇ ਫਿਰ ਉਹ ਇੱਕ ਬੰਦੇ ਦੇ ਮੋਹਰੇ ਜਾ ਕੇ ਖੜਾ ਹੋ ਜਾਣਾ, ਤੁਹਾਡੇ ਹੱਥ ਸੁਕਾਉਣੇ ਆ, ਉਹਨੇ ਸਾਰੀ ਪਾਣੀ ਦੀ ਅਖੀਰਲੀ ਬੂੰਦ ਤੱਕ ਡਰਾਈ ਕਰਨੀ ਆ। ਇਹ ਪਖੰਡਬਾਜ਼ੀ, ਇਹ ਪ੍ਰਪੰਚਬਾਜ਼ੀ, ਇਸ ਦੇ ਵਿੱਚੋਂ ਪ੍ਰਭੂ ਦੇ ਵਚਨ ਨੇ ਸਾਨੂੰ ਬਾਹਰ ਕੱਢਿਆ। ਕਿਉਂਕਿ ਇਸ ਦੇ ਵਿੱਚ ਅਗਰ ਅਸੀਂ ਰਹਿ ਜਾਂਦੇ ਤੇ ਸਾਡਾ ਸਾਰਾ ਧਿਆਨ ਫੇਰ ਉਹ ਝੂਠੀ ਧਾਰਮਿਕਤਾ ਦੇ ਵੱਲ ਰਹਿ ਜਾਣਾ ਸੀ। ਉਹ ਜਿਹੜੀ ਝੂਠੀ ਧਾਰਮਿਕਤਾ ਹੈ ਨਾ, ਕਿ ਉਹ ਜਿੱਦਾਂ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਪੜ੍ਹਿਆ ਸੀਗਾ ਕਿ ਇਹ ਚੀਜ਼ਾਂ ਦੇਖਣ ਨੂੰ ਬਹੁਤ ਚੰਗੀਆਂ ਲੱਗਦੀਆਂ, ਕਿ ਵਰਤ ਰੱਖ ਲਿਆ, ਉਸ ਤੋਂ ਬਾਅਦ ਕਿੱਦਾਂ ਦੇ ਤੁਸੀਂ ਕੱਪੜੇ ਪਾਉਣੇ ਆ, ਕੀ ਤੁਸੀਂ ਖਾਣੇ ਆ, ਕੀ ਤੁਸੀਂ ਪੀਣੇ ਆ, ਇਹ ਦੇਖਣ ਨੂੰ ਬੜੀਆਂ ਸੋਹਣੀਆਂ ਲੱਗਦੀਆਂ, ਪਰ ਇਹ ਅੰਤਕਰਨ ਨੂੰ ਸਾਫ਼ ਕਰਨ ਦੇ ਲਈ ਇਹ ਕੁਛ ਨਹੀਂ ਕਰਦੀ। ਤਾਂ ਅਸੀਂ ਤਾਂ ਉਸ ਵਾਅਦੇ ਦੇ ਥੱਲੇ ਆਏ ਆ ਕਿ ਮੈਂ ਤੁਹਾਡਾ ਜਿਹੜਾ ਪੱਥਰ ਵਰਗਾ ਦਿਲ ਕੱਢ ਕੇ ਤੁਹਾਡੇ ਅੰਦਰ ਮਾਸ ਦਾ ਦਿਲ ਪਾਉਂਗਾ, ਮੈਂ ਉਸ ਦੇ ਉੱਤੇ ਆਪਣੀ ਵਿਵਸਥਾ ਲਿਖੂੰਗਾ, ਮੈਂ ਤੁਹਾਡੇ ਦਿਲਾਂ ਤੇ ਆਪਣੀ ਵਿਵਸਥਾ ਲਿਖੂੰਗਾ, ਮੈਂ ਤੁਹਾਨੂੰ ਆਪਣਾ ਆਤਮਾ ਦਊਂਗਾ, ਤਦ ਤੁਸੀਂ ਮੇਰੇ ਲੋਕ ਹੋਵੋਗੇ ਔਰ ਮੈਂ ਤੁਹਾਡਾ ਪਰਮੇਸ਼ਰ ਹੋਵਾਂਗਾ। ਸੋ ਸਾਨੂੰ ਇਸ ਚੀਜ਼ ਨੂੰ ਬਹੁਤ ਸੰਭਾਲ ਕੇ ਰੱਖਣਾ ਪੈਣਾ ਕਿ ਸਾਨੂੰ ਮੁੜ ਕੇ ਕੋਈ ਵਿਵਸਥਾ ਦੇ ਥੱਲੇ ਨਾ ਦੇ ਦੇਵੇ, ਵਿਵਸਥਾ ਦੇ ਥੱਲੇ ਨਾ ਸਾਨੂੰ ਕੋਈ ਦੇ ਦੇਵੇ। ਵਿਵਸਥਾ ਤੋਂ ਅਸੀਂ ਬਚ ਕੇ ਰਹਿਣਾ ਔਰ ਅਸੀਂ ਆਤਮਾ ਦੀ ਲੀਡ ਦੇ ਵਿੱਚ ਤੁਰਨਾ ਹੈ, ਪ੍ਰਭੂ ਦੇ ਵਚਨ ਦੀ ਨਿਗਾਹ ਦੇ ਨਾਲ ਤੁਰਨਾ ਹੈ, ਪ੍ਰਭੂ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੈ, ਉਹਦੀ ਰਾਖੀ ਦੇ ਵਿੱਚ ਅੱਗੇ ਤੁਰਨਾ ਹੈ, ਉਹਦੇ ਰਹਿਮ ਦੇ ਵਿੱਚ ਅੱਗੇ ਤੁਰਨਾ ਹੈ। ਇਹ ਪ੍ਰਭੂ ਦਾ ਵਚਨ ਕਹਿ ਰਿਹਾ। ਔਰ ਤੁਸੀਂ ਦੇਖੋਗੇ ਕਿਸ ਤਰ੍ਹਾਂ ਇੱਕ ਸ਼ੈਤਾਨ ਦੀ ਹੋਰ ਜਿਹੜੀ ਚਾਲ ਸੀ ਬਹੁਤ ਵੱਡੀ, ਸ਼ੁਰੂ ਦੇ ਵਿੱਚ ਹੀ ਉਹ ਸੰਤ ਪੌਲ ਨੇ ਪਵਿੱਤਰ ਆਤਮਾ ਦੀ ਮਦਦ ਦੇ ਨਾਲ, ਕਿਉਂਕਿ ਪਤਰਸ ਨੂੰ ਕੋਈ ਗੱਲ ਕਹਿਣ ਦੇ ਲਈ ਕੋਈ ਮੂੰਹ ਨਹੀਂ ਸੀ ਖੋਲਦਾ, ਸਾਰੇ ਸੋਚਦੇ ਸੀਗੇ ਕਿ ਇਹ ਸਾਡੇ ਤੋਂ ਜ਼ਿਆਦਾ ਪਵਿੱਤਰ। ਉਸਨੇ ਕਿਹਾ ਨਹੀਂ, ਇਹਨਾਂ ਚੀਜ਼ਾਂ ਦਾ ਮੈਂ ਨਹੀਂ ਧਿਆਨ ਰੱਖਦਾ, ਮੇਰਾ ਧਿਆਨ ਆ ਜਿਹੜੇ ਆਏ ਆ ਵਿਚਾਰੇ ਲੋਕ, ਇਹ ਮੈਨੂੰ ਬਹੁਤ ਜ਼ਿਆਦਾ ਇੰਪੋਰਟੈਂਟ, ਮੈਨੂੰ ਇਹ ਲੋਕ ਆ, ਇਹ ਬੱਚੇ ਜਿਹੜੇ ਹਾਲੇ ਪ੍ਰਭੂ ਦੇ ਵਿੱਚ, ਇਹ ਜਿਹੜੇ ਹਾਲੇ ਦੁੱਧ ਚੁੰਗਦੇ ਪਏ ਆ, ਜਿਨ੍ਹਾਂ ਦਾ ਜਨਮ ਹੁਣੇ ਹੀ ਹੋਇਆ, ਇਹਨਾਂ ਨੂੰ ਮੈਂ ਮੁੜ ਕੇ ਉਸ ਜੰਜਾਲ ਦੇ ਵਿੱਚ ਨਹੀਂ ਫਸਣ ਦੇਣਾ। ਦੇਖਿਆ ਕਿੱਦਾਂ ਦੀਆਂ ਪਿਆਰੀਆਂ ਪਿਆਰੀਆਂ ਬਰਕਤਾਂ ਇਹਨਾਂ ਲੈਟਰਾਂ ਦੇ ਵਿੱਚ ਸਾਨੂੰ ਮਿਲਦੀਆਂ ਪਈਆਂ, ਬਹੁਤ ਪਿਆਰੀਆਂ ਪਿਆਰੀਆਂ ਚੀਜ਼ਾਂ ਇਹਨਾਂ ਦੇ ਵਿੱਚ, ਜਿਸ ਲਈ ਅਸੀਂ ਗਾਂ ਇਹਨਾਂ ਦੇ ਵਿੱਚ ਅਗਲੀਆਂ ਚ ਜਾਣਾ ਹੈਗਾ, ਗਲਤੀਆਂ ਦੇ ਵਿੱਚ, ਕਲੋਸੀਆਂ ਦੇ ਵਿੱਚ, ਅਫਸੀਆਂ ਦੇ ਵਿੱਚ ਤੇ ਫਿਲਿੱਪੀਆਂ ਦੀ ਪੋਥੀ ਪੜ੍ਹਨੀ ਹੈਗੀ ਆ। ਬੜੀਆਂ ਬਰਕਤ ਵਾਲੀਆਂ ਪੋਥੀਆਂ ਇਹ। ਅੱਛਾ ਜੀ, ਹੁਣ ਕੋਈ ਜਾਣਾ 15 ਤੋਂ ਲੈ ਕੇ 21 ਤੱਕ ਪੜ੍ਹਦਾ। ਅੱਜ ਮੈਂ ਪੜ੍ਹਦੀ ਹਾਂ। ਅਸੀਂ ਆਪ ਜਨਮ ਤੋਂ ਯਹੂਦੀ ਹਾਂ, ਦੂਜੀਆਂ ਪਾਪੀ ਕੌਮਾਂ ਵਿੱਚੋਂ ਨਹੀਂ ਹਾਂ, ਪਰ ਫਿਰ ਵੀ ਅਸੀਂ ਜਾਣਦੇ ਹਾਂ ਕਿ ਮਨੁੱਖ ਦਾ ਠੀਕ ਸੰਬੰਧ ਵਿਵਸਥਾ ਦੇ ਕੰਮ ਦੁਆਰਾ ਨਹੀਂ, ਸਗੋਂ ਯਿਸੂ ਮਸੀਹ ਦੇ ਵਿਸ਼ਵਾਸ ਕਰਨ ਦੁਆਰਾ ਪਰਮੇਸ਼ਵਰ ਨਾਲ ਹੁੰਦਾ ਹੈ। ਇਸੇ ਲਈ ਤਾਂ ਅਸੀਂ ਵੀ ਯਿਸੂ ਮਸੀਹ ਤੇ ਵਿਸ਼ਵਾਸ ਕੀਤਾ ਹੈ ਕਿ ਵਿਵਸਥਾ ਦੇ ਕੰਮਾਂ ਦੁਆਰਾ ਨਹੀਂ, ਸਗੋਂ ਮਸੀਹ ਤੇ ਵਿਸ਼ਵਾਸ ਕਰਨ ਦੁਆਰਾ ਸਾਡਾ ਸੰਬੰਧ ਪਰਮੇਸ਼ਵਰ ਦੇ ਨਾਲ ਠੀਕ ਹੋਵੇ। ਧਰਮ ਗ੍ਰੰਥ ਵੀ ਇਸ ਬਾਰੇ ਕਹਿੰਦਾ ਹੈ, ਕੋਈ ਮਨੁੱਖ ਵੀ ਵਿਵਸਥਾ ਦੇ ਕੰਮ ਦੁਆਰਾ ਪਰਮੇਸ਼ਵਰ ਸਾਹਮਣੇ ਉਚਿਤ ਨਹੀਂ ਠਹਿਰੇਗਾ, ਪਰ ਅਸੀਂ ਜੋ ਮਸੀਹ ਦੇ ਦੁਆਰਾ ਉਚਿਤ ਠਹਿਰਾਏ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ, ਜੇਕਰ ਅਸੀਂ ਵੀ ਦੂਜੀਆਂ ਕੌਮਾਂ ਦੀ ਤਰ੍ਹਾਂ ਪਾਪੀ ਨਿਕਲੀਏ, ਤਾਂ ਕਿ ਇਸ ਦਾ ਅਰਥ ਇਹ ਹੈ ਕਿ ਮਸੀਹ ਹੀ ਪਾਪ ਨੂੰ ਉਕਸਾਉਣ ਵਾਲਾ ਹੈ? ਨਹੀਂ, ਕਦੀ ਵੀ ਨਹੀਂ। ਫਿਰ ਜੇਕਰ ਮੈਂ ਆਪ ਹੀ ਉਹਨਾਂ ਚੀਜ਼ਾਂ ਨੂੰ ਉਸਾਰਦਾ ਹਾਂ ਜਿਨ੍ਹਾਂ ਨੂੰ ਮੈਂ ਇੱਕ ਵਾਰੀ ਢਾਹ ਚੁੱਕਾ ਹਾਂ,
ਤਾਂ ਮੈਂ ਆਪਣੇ ਆਪ ਨੂੰ ਸਿਧਾਂਤ ਤੋੜਨ ਵਾਲਾ ਸਿੱਧ ਕਰਦਾ ਹਾਂ। ਜਿੱਥੋਂ ਤੱਕ ਵਿਵਸਥਾ ਦਾ ਸਵਾਲ ਹੈ, ਮੈਂ ਤਾਂ ਉਸੇ ਦੇ ਰਾਹੀਂ ਉਸ ਲਈ ਮਰ ਚੁੱਕਾ ਹਾਂ ਕਿ ਮੈਂ ਹੁਣ ਪਰਮੇਸ਼ਵਰ ਦੇ ਲਈ ਜੀਵਾਂ। ਮੈਂ ਤਾਂ ਮਸੀਹ ਦੇ ਨਾਲ ਸਲੀਬ ਤੇ ਚੜਾਇਆ ਜਾ ਚੁੱਕਾ ਹਾਂ। ਹੁਣ ਮੈਂ ਜਿਉਂਦਾ ਨਹੀਂ ਹਾਂ, ਸਗੋਂ ਮਸੀਹ ਮੇਰੇ ਵਿੱਚ ਜੀ ਰਿਹਾ ਹੈ। ਜੋ ਮੈਂ ਹੁਣ ਜੀ ਰਿਹਾ ਹਾਂ, ਇਹ ਕੇਵਲ ਉਸ ਵਿਸ਼ਵਾਸ ਦੇ ਰਾਹੀਂ ਜੀ ਰਿਹਾ ਹਾਂ ਜੋ ਪਰਮੇਸ਼ਵਰ ਦੇ ਪੁੱਤਰ ਤੇ ਹੈ, ਜਿਸ ਨੇ ਮੇਰੇ ਨਾਲ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ। ਮੈਂ ਪਰਮੇਸ਼ਵਰ ਦੀ ਕਿਰਪਾ ਨੂੰ ਰੱਦਦਾ ਨਹੀਂ ਹਾਂ। ਜੇਕਰ ਮਨੁੱਖ ਦਾ ਸੰਬੰਧ ਪਰਮੇਸ਼ਵਰ ਨਾਲ ਵਿਵਸਥਾ ਦੁਆਰਾ ਠੀਕ ਹੋ ਸਕਦਾ, ਤਾਂ ਫਿਰ ਮਸੀਹ ਦਾ ਮਰਨਾ ਵਿਅਰਥ ਹੋ ਗਿਆ। ਮਸੀਹ ਦਾ ਮਰਨਾ ਵਿਅਰਥ ਹੋ ਜਾਂਦਾ। ਇਹੋ ਹੀ ਚੀਜ਼ ਤਾਂ ਕਹਿ ਰਿਹਾ। ਵਿਵਸਥਾ ਦੀ ਸਭ ਤੋਂ ਵੱਡੀ, ਧਰਮ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਆ ਕਿ ਉਹ ਸਾਡੀ ਜਿਹੜਾ ਸਾਡਾ ਜਿਹੜਾ ਰਿਸ਼ਤਾ ਆ ਉਹ ਪ੍ਰਭੂ ਦੇ ਨਾਲ ਸਥਾਪਿਤ ਨਹੀਂ ਕਰ ਸਕਦਾ। ਧਰਮ ਜਿਸ ਵੇਲੇ ਸਾਡੀ ਜ਼ਿੰਦਗੀ ਦੇ ਵਿੱਚ ਆਉਂਦਾ ਤੇ ਸਾਡੀ ਜ਼ਿੰਦਗੀ 'ਚ ਇਹੋ ਹੀ ਚੀਜ਼ਾਂ ਦਿਖਾਉਂਦਾ ਕਿ ਤੂੰ ਇੱਥੇ ਗਲਤ ਆ, ਤੂੰ ਇੱਥੇ ਗਲਤ ਆ, ਤੂੰ ਇੱਥੇ ਗਲਤ ਆ, ਪਰ ਬਦਲਣ ਦੀ ਤਾਕਤ ਜਿਹੜੀ ਆ ਉਹ ਨਹੀਂ ਦਿੰਦਾ। ਬਦਲਣ ਦੀ ਤਾਕਤ ਪ੍ਰਭੂ ਆਪ ਦਿੰਦਾ ਸਾਨੂੰ। ਇਸੇ ਕਰਕੇ ਉਸਨੇ ਕਿਹਾ, ਕਹਿੰਦਾ ਮੈਂ ਤਾਂ ਜਨਮ ਤੋਂ ਯਹੂਦੀ ਹਾਂ, ਮੈਂ ਦੂਜੀਆਂ ਕੌਮਾਂ ਦੇ ਵਿੱਚੋਂ ਤਾਂ ਨਹੀਂ ਗਾ ਜਿਨ੍ਹਾਂ ਨੂੰ ਅਸੀਂ ਪਾਪੀ ਕੌਮਾਂ ਕਹਿੰਦੇ ਹੁੰਦੇ ਸੀ। ਮੈਂ ਉਹਨਾਂ ਵਿੱਚੋਂ ਨਹੀਂ, ਮੈਂ ਯਹੂਦੀ ਹਾਂ। ਪਰ ਫਿਰ ਵੀ ਅਸੀਂ ਜਾਣਦੇ ਹਾਂ ਕਿ ਮਨੁੱਖ ਦਾ ਠੀਕ ਸੰਬੰਧ ਵਿਵਸਥਾ ਦੇ ਦੁਆਰਾ ਨਹੀਂ, ਸਗੋਂ ਯਿਸੂ ਮਸੀਹ ਤੇ ਵਿਸ਼ਵਾਸ ਕਰਨ ਦੇ ਨਾਲ ਹੁੰਦਾ ਹੈ। ਇਸੇ ਲਈ ਅਸੀਂ ਵੀ ਯਿਸੂ ਮਸੀਹ ਤੇ ਵਿਸ਼ਵਾਸ ਕੀਤਾ ਹੈ ਕਿ ਵਿਵਸਥਾ ਦੇ ਦੁਆਰਾ ਨਹੀਂ, ਸਗੋਂ ਮਸੀਹ ਤੇ ਵਿਸ਼ਵਾਸ ਕਰਨ ਦੇ ਦੁਆਰਾ ਸਾਡਾ ਸੰਬੰਧ ਪਰਮੇਸ਼ਵਰ ਦੇ ਨਾਲ ਠੀਕ ਹੋਵੇ। ਰਿਸ਼ਤਾ ਜਿਹੜਾ ਬਣਿਆ ਬਾਪ ਦੇ ਨਾਲ, ਉਹ ਮਸੀਹ ਦੇ ਦੁਆਰਾ ਹੀ ਬਣਿਆ ਹੈ, ਉਹ ਯਿਸੂ ਮਸੀਹ ਦੇ ਦੁਆਰਾ ਬਣਿਆ। ਔਰ ਉਹ ਇਸ ਚੀਜ਼ ਨੂੰ ਇਸ ਕਰਕੇ ਉਹ ਬਾਰ-ਬਾਰ ਕਹਿੰਦਾ ਕਿ ਵਿਵਸਥਾ ਵੀ, ਧਰਮ ਗ੍ਰੰਥ ਵੀ ਇਸ ਦੇ ਬਾਰੇ ਕਹਿੰਦਾ ਹੈ, ਕੋਈ ਮਨੁੱਖ ਵੀ ਵਿਵਸਥਾ ਦੇ ਕੰਮ ਦੁਆਰਾ ਪਰਮੇਸ਼ਰ ਦੇ ਸਾਹਮਣੇ ਉਚਿਤ ਨਹੀਂ ਠਹਿਰੇਗਾ। ਵਿਵਸਥਾ ਦਾ ਕੰਮ ਸਿਰਫ ਮੇਰੇ ਪਾਪ ਨੂੰ ਦਿਖਾਉਣਾ ਹੈ, ਮੈਂ ਕਿੱਥੇ ਪਾਪੀ ਹਾਂ। ਲੇਕਿਨ ਉਹ ਉਸ ਪਾਪ ਨੂੰ ਮਾਫ ਨਹੀਂ ਕਰ ਸਕਦੀ। ਅੱਗੇ ਦੇਖੋ ਕਿਆ ਕਹਿੰਦਾ, ਪਰ ਅਸੀਂ ਜੋ ਮਸੀਹ ਦੇ ਦੁਆਰਾ ਉਚਿਤ ਠਹਿਰਾਏ ਗਏ ਹਾਂ, ਠਹਿਰਾਏ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ, ਜੇਕਰ ਅਸੀਂ ਵੀ ਦੂਜੀਆਂ ਕੌਮਾਂ ਦੀ ਤਰ੍ਹਾਂ ਪਾਪੀ ਨਿਕਲੀਏ ਤਾਂ ਕੀ ਇਸ ਦਾ ਅਰਥ ਇਹ ਨਹੀਂ ਹੋਇਆ ਕਿ ਮਸੀਹ ਹੀ ਪਾਪ ਨੂੰ ਉਕਸਾਉਣ ਵਾਲਾ ਹੈ? ਨਹੀਂ, ਕਦੀ ਵੀ ਨਹੀਂ। ਸੋ ਉਹਦੇ ਕਹਿਣ ਦਾ ਜਿਹੜਾ ਵੈਰੀ ਬਿਗ ਕਨਸੈਪਟ ਜਿਹੜਾ ਅੱਗੇ ਜਾ ਕੇ ਉਸਨੇ ਫਿਰ ਖੋਲਣਾ, ਉਹ ਇਹ ਕਹਿ ਰਿਹਾ ਕਿ ਜੇ ਅਸੀਂ ਇਹ ਕਹੀਏ ਕਿ ਹੁਣ ਮਸੀਹ ਦੇ ਵਿੱਚ ਅਸੀਂ ਹੈਗੇ ਤਾਂ ਹੁਣ ਅਸੀਂ ਕੋਈ ਵੀ ਪਾਪ ਕਰ ਲਈਏ, ਕਿਉਂਕਿ ਉਹ ਸਾਡੇ ਪਾਪ ਨੂੰ ਉਕਸਾਉਂਦਾ ਪਿਆ, ਤੇ ਇਹ ਵੀ ਗਲਤ, ਇਹ ਵੀ ਗਲਤ ਹੈ। ਮਸੀਹ ਪਾਪ ਦੇ ਵਿੱਚੋਂ ਨਿਕਲਣ ਦੇ ਲਈ ਤਾਕਤ ਦਿੰਦਾ, ਧਰਮ ਗ੍ਰੰਥ ਮੈਨੂੰ ਤਾਕਤ ਨਹੀਂ ਦਿੰਦਾ। ਧਰਮ ਗ੍ਰੰਥ ਮੇਰਾ ਪਾਪ ਨੂੰ ਦਿਖਾਉਂਦਾ ਆ, ਫਿਰ ਮੈਂ ਆਪਣੇ ਜਿਉਂਦੇ ਪ੍ਰਭੂ ਦੇ ਕੋਲ ਜਾਣਾ ਔਰ ਉਸ ਤੋਂ ਤਾਕਤ ਮੰਗਦਾ ਕਿ ਪ੍ਰਭੂ ਜੀ ਇਹ ਮੈਂ ਕੀ ਕਰਦਾ ਪਿਆ, ਇਹ ਤਾਂ ਠੀਕ ਨਹੀਂ, ਤੂੰ ਮੈਨੂੰ ਤਾਕਤ ਦੇ। ਫਿਰ ਮੇਰਾ ਪ੍ਰਭੂ ਮੈਨੂੰ ਤਾਕਤ ਦਿੰਦਾ ਔਰ ਫਿਰ ਮੈਂ ਉਹਦੇ ਵਿੱਚੋਂ ਨਿਕਲਦਾ। ਫਿਰ ਉਸ ਦੀ ਦਇਆ ਦੇ ਨਾਲ, ਮੈਂ ਉਸ ਦੀ ਕਿਰਪਾ ਦੇ ਨਾਲ, ਉਹ ਆਪਣੀ ਦਇਆ ਤੇ ਕਿਰਪਾ ਦੇ ਕਰਕੇ ਮੈਨੂੰ ਤਾਕਤ ਦਿੰਦਾ। ਫਿਰ ਉਹ ਮੈਨੂੰ ਆਪਣੇ ਵਿੱਚ ਮੁੜ ਕੇ ਜੋੜਦਾ। ਹੁਣ ਅਗਲਾ ਹਿੱਸਾ ਬਹੁਤ ਜ਼ਿਆਦਾ ਪਿਆਰਾ, ਉਸਨੂੰ ਦੇਖੋ ਕੀ ਕਹਿ ਰਿਹਾ ਪ੍ਰਭੂ ਦਾ ਬੰਦਾ। ਕਹਿੰਦਾ ਨਹੀਂ, ਕਦੀ ਵੀ ਨਹੀਂ। ਫਿਰ ਜੇਕਰ ਮੈਂ ਆਪ ਹੀ ਉਹਨਾਂ ਚੀਜ਼ਾਂ ਨੂੰ ਉਸਾਰਦਾ ਹਾਂ ਜਿਨ੍ਹਾਂ ਨੂੰ ਮੈਂ ਇੱਕ ਵਾਰੀ ਢਾਹ ਚੁੱਕਾ ਹਾਂ, ਤਾਂ ਫਿਰ ਮੈਂ ਆਪਣੇ ਆਪ ਨੂੰ ਸਿਧਾਂਤ ਤੋੜਨ ਵਾਲਾ ਸਿੱਧ ਕਰਦਾ ਹਾਂ। ਜਿੱਥੋਂ ਤੱਕ ਵਿਵਸਥਾ ਦਾ ਸਵਾਲ ਹੈ, ਮੈਂ ਤਾਂ ਉਸਦੇ ਰਾਹੀਂ ਉਸ ਲਈ ਮਰ ਚੁੱਕਾ ਹਾਂ ਕਿ ਮੈਂ ਪਰਮੇਸ਼ਰ ਦੇ ਲਈ ਜੀਵਾਂ। ਜਿੱਥੇ ਤੱਕ ਹੁਣ ਉਸ ਗ੍ਰੰਥ ਦੀ ਉਹ ਗੱਲ ਕਰਦਾ ਪਿਆ, ਜਿਹੜੀਆਂ ਪਹਿਲੀਆਂ ਪੰਜ ਬੁੱਕਾਂ ਹੈ ਨਾ, ਉਤਪਤ ਤੋਂ ਲੈ ਕੇ ਵਿਵਸਥਾ ਸਾਰ ਤੱਕ, ਉਸ ਦੀ ਉਹ ਗੱਲ ਕਰਦਾ ਪਿਆ। ਉਸ ਦੇ ਵਿੱਚ ਸਾਰਾ ਨੇਮ ਉਸ ਦੇ ਵਿੱਚ ਦਿੱਤਾ ਗਿਆ।
ਉਹ ਕਹਿੰਦਾ ਕਿ ਮੈਂ, ਜਿੱਥੋਂ ਤੱਕ ਵਿਵਸਥਾ ਦਾ ਸਵਾਲ ਆ ਨਾ, ਉਹ ਪਹਿਲੇ ਬੰਦੇ ਤੇ ਲਾਗੂ ਹੁੰਦੀ ਸੀ। ਜਿਸ ਵੇਲੇ ਮੈਂ ਬਪਤਿਸਮਾ ਲਿਆ ਤੇ ਉਹ ਪਹਿਲਾ ਬੰਦਾ ਮਰ ਗਿਆ। ਵਿਵਸਥਾ ਨੇ ਮੌਤ ਦੇਣੀ ਸੀ, ਔਰ ਜਿਸ ਵੇਲੇ ਉਹ ਪਾਣੀ ਦੇ ਥੱਲੇ ਗਿਆ ਤੇ ਉਹਦੀ ਮੌਤ ਹੋ ਗਈ। ਹੁਣ ਮਸੀਹ ਦੇ ਲਹੂ ਦੇ ਵਿੱਚ ਉਹ ਮੁੜ ਕੇ ਫਿਰ ਦੁਬਾਰਾ ਉੱਠਿਆ। ਉਹ ਚੋਂ ਹੁਣ ਉਹ ਤੇ ਵਿਵਸਥਾ ਲਾਗੂ ਨਹੀਂ ਹੁੰਦੀ, ਬਲਕਿ ਪਵਿੱਤਰ ਆਤਮਾ ਦੀ ਜਿਹੜੀ ਹਜ਼ੂਰੀ ਆ ਉਹ ਹੁਣ ਉਸ ਨੂੰ ਲੈ ਕੇ ਚੱਲੇ। That's what it is. ਇਹ ਜਿਹੜੀ ਚੀਜ਼ ਆ, ਇਹ ਸਾਨੂੰ ਜਿਹੜਾ ਲੀਗਲਿਜ਼ਮ ਉਹ ਚੋਂ ਬਾਹਰ ਕੱਢਦੀ ਹੈ। ਇਹ ਸਾਨੂੰ ਪਰਮੇਸ਼ਰ ਦੇ ਰਿਸ਼ਤੇ ਵੱਲ ਨੂੰ ਲੈ ਕੇ ਜਾਂਦੀ, ਜਿਹੜਾ ਦਾਸਤਾ ਆ ਨਾ ਜਿਹੜੀ, ਉਹ ਤੋਂ ਮੁਕਤ ਕਰਦੀ ਹੈ। ਕਹਿਣ ਨੂੰ ਤਾਂ ਸਾਰੇ ਕਹੀ ਜਾਂਦੇ ਕਿ ਅਸੀਂ ਪਰਮੇਸ਼ਰ ਦੇ ਬੱਚੇ ਹਾਂ, ਪਰ ask them how, ਕਿਸ ਤਰ੍ਹਾਂ? You see, ਬਾਈਬਲ ਜਿਹੜੀ ਉਹ ਹਰੇਕ ਚੀਜ਼ ਦੇ ਨਟ ਬੋਲਟ ਵੀ ਦਿੰਦੀ ਹੈ। ਜੋ ਵਿਸ਼ਵਾਸ ਕਰਨ ਨੂੰ ਕਹਿੰਦੀ ਹੈਗੀ ਹੈ ਨਾ, ਤੇ 99 ਚੀਜ਼ਾਂ ਪਹਿਲਾਂ ਕਰਕੇ ਦਿਖਾਉਂਦੀ ਹੈ, ਤੇ ਫਿਰ ਤੁਹਾਨੂੰ ਇੱਕ ਚੀਜ਼ ਜਿਹੜੀ ਕਹਿੰਦੀ ਹੁਣ ਵਿਸ਼ਵਾਸ ਕਰ। ਹਰ ਚੀਜ਼ ਦੇ ਨਟ ਬੋਲਟ ਸਾਨੂੰ ਮਿਲਦੇ ਆ, ਚੀਜ਼ ਕਿੱਦਾਂ ਜੁੜਦੀ ਹੈ, ਕਿਉਂ ਵਿਸ਼ਵਾਸ ਕਰਨਾ, ਲੇਕਿਨ ਉਹ ਸਾਨੂੰ ਉਹ ਸਾਰੀਆਂ ਚੀਜ਼ਾਂ ਦੱਸਦੀ ਹੈ, ਪਹਿਲਾਂ ਦਿੰਦੀ ਹੈ ਸਾਨੂੰ। ਪ੍ਰਭੂ ਉਹ ਸਾਰੀਆਂ ਚੀਜ਼ਾਂ ਦਿੰਦਾ ਆ, ਉਹ ਦੇ ਕੇ ਕਹਿੰਦਾ ਹੁਣ ਮੇਰੇ ਤੇ ਵਿਸ਼ਵਾਸ ਕਰ। ਇਹ ਅੰਨਾ ਵਿਸ਼ਵਾਸ ਨਹੀਂਗਾ ਤੇ ਧੰਨੇ ਨੇ ਪੱਥਰ ਦੇ ਵਿੱਚ ਰੱਬ ਪਾ ਲਿਆ ਸੀ। ਨੋ ਹੀ ਡਿਡਨਟ। ਤੇ ਦੰਦ ਕਥਾ ਹੈ, ਏਦਾਂ ਨਹੀਂ ਮਿਲਦਾ ਹੈਗਾ। ਜਿਹੜਾ ਇਹ ਰੱਬ ਅਸੀਂ ਪਾਇਆ ਨਹੀਂ, ਉਹਨੇ ਸਾਨੂੰ ਪਾਇਆ। ਹਰ ਇੱਕ ਮਿੰਟ ਜਿਹੜਾ ਤੁਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਬਿਤਾਉਂਦੇ ਆ ਨਾ, ਇਹ ਪ੍ਰੈਸ਼ੀਅਸ ਆ, ਬਹੁਤ ਕੀਮਤੀ ਹੈ, ਬਹੁਤ ਕੀਮਤੀ ਹੈ। ਅਸੀਂ ਉਸ ਨੂੰ ਲੱਭਦੇ ਨਹੀਂ ਸੀ ਫਿਰਦੇ, ਉਸਨੇ ਸਾਨੂੰ ਲੱਭਿਆ। ਅਸੀਂ ਉਸ ਨੂੰ ਨਹੀਂ ਪਾਇਆ, ਉਸਨੇ ਸਾਨੂੰ ਪਾਇਆ। ਅਸੀਂ ਉਸ ਦਾ ਹੱਥ ਨਹੀਂ ਫੜਿਆ, ਉਸਨੇ ਸਾਡਾ ਹੱਥ ਫੜਿਆ। ਪ੍ਰਭੂ ਦਾ ਵਚਨ ਸਾਫ਼ ਕਹਿੰਦਾ ਕਿ ਜਿੰਨੇ ਵੀ ਉਸਨੇ ਦਿੱਤੇ, ਮੈਂ ਉਹਨਾਂ ਦੇ ਵਿੱਚੋਂ ਇੱਕ ਨਹੀਂ ਗਵਾਵਾਂਗਾ। ਉਹਨਾਂ ਵਿੱਚੋਂ ਇੱਕ ਨਹੀਂ ਗਵਾਵਾਂਗਾ। ਮੈਂ ਆਇਤਾਂ ਤਾਂ ਨਹੀਂ ਯੂਜ਼ ਕਰਦਾ ਪਿਆ ਕਿਉਂਕਿ ਅੱਗੇ ਜਾ ਕੇ ਮੈਂ ਸਾਰੀਆਂ ਆਇਤਾਂ ਯੂਜ਼ ਕਰਨੀਆਂ। ਮੈਂ ਤੁਹਾਨੂੰ ਥੋੜਾ ਜਿਹਾ ਉਸਦਾ ਸਵਾਦ ਦਿੰਦਾ ਪਿਆ। ਇਸ ਚੀਜ਼ ਨੂੰ ਹਮੇਸ਼ਾ ਯਾਦ ਰੱਖਿਓ। ਅਸੀਂ ਉਸ ਨੂੰ ਨਹੀਂ ਪਾਇਆ, ਉਸਨੇ ਸਾਨੂੰ ਪਾਇਆ। ਅਸੀਂ ਨਹੀਂ ਸੀ ਲੱਭਦੇ, ਉਸਨੇ ਸਾਨੂੰ ਲੱਭਿਆ। ਅਸੀਂ ਉਹਦਾ ਹੱਥ ਨਹੀਂ ਫੜਿਆ, ਉਹਨੇ ਸਾਡਾ ਹੱਥ ਫੜਿਆ। ਇਹ ਪ੍ਰਭੂ ਦੀ ਮਹਾਨ ਬਰਕਤ ਹੈ ਜਿਹੜੀ ਸਾਨੂੰ ਮਿਲੀ। ਇਹ ਬਹੁਤ ਵੱਡੀ ਬਰਕਤ ਹੈ, ਇਹ ਬੜੀ ਪਿਆਰੀ ਬਰਕਤ ਹੈ। ਸੋ ਇਸ ਕਰਕੇ ਪ੍ਰਭੂ ਦਾ ਬੰਦਾ ਦੇਖੋ ਕਹਿ ਰਿਹਾ ਕਿ ਜਿੱਥੋਂ ਤੱਕ ਕਹਿੰਦਾ ਮੇਰਾ ਸਵਾਲ ਹੈ, ਜਿੱਥੋਂ ਤੱਕ ਵਿਵਸਥਾ ਦਾ ਸਵਾਲ ਹੈ, ਮੈਂ ਤਾਂ ਉਸਦੇ ਰਾਹੀਂ ਉਸ ਲਈ ਮਰ ਚੁੱਕਾ। ਸੋ ਵਿਵਸਥਾ ਨੇ ਜਿੰਨੇ ਮੇਰੇ ਤੇ ਗੁਨਾਹ ਸਾਬਤ ਕਰਨੇ ਸੀਗੇ ਉਹਨੇ ਕੀਤੇ। ਵਿਵਸਥਾ ਨੇ ਸਾਰੇ ਮੇਰੇ ਤੇ, ਧਰਮ ਨੇ ਮੇਰੇ ਤੇ ਸਾਰੇ ਗੁਨਾਹ ਸਾਬਤ ਕੀਤੇ ਕਿ ਤੂੰ ਇੱਥੇ ਪਾਪੀਆਂ, ਤੂੰ ਇੱਥੇ ਪਾਪੀਆਂ, ਤੂੰ ਇੱਥੇ ਪਾਪੀਆਂ, ਤੂੰ ਇੱਥੇ ਪਾਪੀਆਂ, ਤੂੰ ਇੱਥੇ ਪਾਪੀਆਂ। ਮੈਂ ਮਸੀਹ ਦੇ ਕੋਲ ਗਿਆ ਆ, ਉਸ ਦੇ ਮੂਹਰੇ ਕਿਹਾ ਕਿ ਪ੍ਰਭੂ ਜੀ ਮੈਂ ਤਾਂ ਪਾਪੀ ਹਾਂ, ਮੇਰੇ ਤਾਂ ਕੁਛ ਨਹੀਂ ਪੱਲੇ, ਮੇਰੇ ਤੇ ਰਹਿਮ ਕਰ। ਉਸਨੇ ਕਿਹਾ ਠੀਕ ਹੈ। ਉਸਨੇ ਮੇਰੇ ਪਾਪ ਲਏ, ਜਿਹੜੀ ਉਸਨੇ ਕੀਮਤ ਦਿੱਤੀ, ਉਸਦੇ ਰਾਹੀਂ ਉਸਨੇ ਮੈਨੂੰ ਮਾਫ ਕੀਤਾ। ਜਿਹੜੀ ਵਿਵਸਥਾ ਆ ਉਹ ਮੇਰੇ ਲਈ ਮੌਤ ਦੀ ਸਜ਼ਾ ਮੰਗਦੀ ਪਈ ਆ। ਮੈਂ ਪਾਣੀ ਦੇ ਬਪਤਿਸਮੇ ਦੇ ਪਾਣੀ ਦੇ ਵਿੱਚ ਗਿਆ, ਪਹਿਲਾ ਇਨਸਾਨ ਮਰ ਗਿਆ, ਦੂਜਾ ਬਾਹਰ ਆ ਗਿਆ। ਇਸ ਕਰਕੇ ਉਹ ਕਹਿ ਰਿਹਾ, ਕਹਿੰਦਾ
ਹੁਣ ਮੈਂ ਜਿਉਂਦਾ ਨਹੀਂ ਹਾਂ, ਮੈਂ ਤਾਂ ਮਸੀਹ ਦੀ ਸਲੀਬ ਤੇ ਚੜਾਇਆ ਜਾ ਚੁੱਕਾ। ਉਸ ਬਪਤਿਸਮੇ ਦੇ ਰਾਹੀਂ ਮੈਂ ਤਾਂ ਮਸੀਹ ਦੀ ਸਲੀਬ ਤੇ ਚੜਾਇਆ ਜਾ ਚੁੱਕਾ। ਹੁਣ ਮੈਂ ਜਿਉਂਦਾ ਨਹੀਂ, ਸਗੋਂ ਮਸੀਹ ਮੇਰੇ ਵਿੱਚ ਜੀ ਰਿਹਾ ਹੈ। Isn't that amazing? ਜਿਹੜਾ ਜਿਉਂਦਾ ਆਤਮਾ ਉਸਨੇ ਮੈਨੂੰ ਦਿੱਤਾ ਹੈ, ਉਹ ਮਸੀਹ ਦਾ ਆਤਮਾ ਆਪਣਾ ਜਿਹੜਾ ਉਹਨੇ ਮੈਨੂੰ ਦਿੱਤਾ, ਔਰ ਇਸ ਕਰਕੇ ਮੈਂ ਜਿਉਂਦਾ ਹਾਂ। ਸੋ ਅੱਗੇ ਦੇਖੋ ਕੀ ਇਸਨੇ ਪ੍ਰਭੂ ਦੇ ਕਹਿੰਦਾ, ਹੁਣ ਮੈਂ ਜਿਉਂਦਾ ਨਹੀਂ, ਸਗੋਂ ਮਸੀਹ ਮੇਰੇ ਵਿੱਚ ਜੀ ਰਿਹਾ ਹੈ। ਪਰ ਜੋ ਹੁਣ ਮੈਂ ਜੀ ਰਿਹਾ ਹਾਂ, ਇਹ ਕੇਵਲ ਉਸ ਵਿਸ਼ਵਾਸ ਦੇ ਰਾਹੀਂ ਜੀ ਰਿਹਾ ਹਾਂ ਜੋ ਪਰਮੇਸ਼ਰ ਦੇ ਪੁੱਤਰ ਤੇ ਹੈ, ਜਿਸ ਨੇ ਮੇਰੇ ਨਾਲ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ। ਪਿਆਰ ਦੇ ਨਾਲ ਹਮੇਸ਼ਾ ਸਲੀਬ ਜੁੜਦੀ ਹੈ। ਜਿਸ ਵੇਲੇ ਵੀ ਪ੍ਰਭੂ ਪਿਆਰ ਦੀ ਗੱਲ ਕਰਦਾ ਨਾ, ਕਿਉਂਕਿ ਮੈਂ ਪਿਆਰ ਦੇ ਯੋਗ ਨਹੀਂ, ਮੇਰੇ ਕੰਮ ਪਿਆਰ ਦੇ ਯੋਗ ਨਹੀਂ। ਮੇਰਾ ਜਿਹੜਾ ਪਾਪ ਸੀਗਾ, ਉਹ ਮੇਰਾ ਕੀਤਾ ਹੋਇਆ ਪਾਪ ਨਹੀਂ ਸੀਗਾ, ਉਹ ਮੇਰੀ ਬਹਾਨੇਬਾਜ਼ੀ ਮੇਰਾ ਪਾਪ ਸੀਗਾ। ਜਿਸ ਵੇਲੇ ਉਹਨਾਂ ਨੇ ਫਲ ਖਾਧਾ, ਲੋਕ ਮੈਨੂੰ ਕਹਿੰਦੇ ਕਾਹਦਾ ਫਲ ਸੀਗਾ, ਮੈਂ ਕੱਦੂ ਸੀਗੇ। Doesn't matter, ਅਵਗਿਆਕਾਰੀ ਹੈ। ਬਹੂ ਨੇ ਕਿਹਾ ਆਹ ਚੀਜ਼ ਇੱਕ ਨਹੀਂ ਕਰਨੀ, ਗੱਲ ਖਤਮ ਹੋ ਗਈ। ਅਸੀਂ ਇੱਥੇ ਬੈਠੇ ਦੇਖਦੇ ਰਹੀਏ ਵੀ ਅੰਗੂਰ ਸੀਗੇ ਕਿ ਐਪਲ ਸੀਗੇ ਕਿ ਪੇਰਾਂ ਸੀਗੀਆਂ, ਕੱਦੂ ਸੀਗਾ, ਟਰੀ ਤੇ ਲੱਗਾ ਹੈ, ਹੋਰ ਖੁਸ਼ ਰਿਹਾ। ਉਹਦਾ ਕੋਈ ਫਰਕ ਨਹੀਂ ਪੈਂਦਾ। ਅਵਗਿਆਕਾਰੀ ਕੀਤੀ ਹੈ। ਉਸਨੇ ਕਿਹਾ ਤੂੰ ਮਰ ਜਾਏਗਾ, ਜਿਹੜਾ ਅੰਦਰ ਦਾ ਇਨਸਾਨ ਮਰ ਚੁੱਕਾ ਸੀ। ਐਕਚੁਅਲੀ ਉਸਨੂੰ ਕੋਈ ਫਰਕ ਨਹੀਂ ਸੀ ਪੈਂਦਾ ਪਿਆ ਹੁਣ, ਕਿਉਂਕਿ ਮਰਿਓ ਦੇ ਅੰਦਰੋਂ ਕਿੱਥੋਂ ਕੁਝ ਜਾਗਣਾ। ਜੇ ਵਿਵਸਥਾ ਕਹਿੰਦੀ ਸੀ ਤੂੰ ਆਹ ਪਾਪ ਕੀਤਾ, ਉਹਨੂੰ ਲੁਕੋ ਲੈਂਦਾ ਸੀਗਾ, ਉਹਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਸੀ। ਉਹੀ ਦੇਖ ਲਓ ਸਾਡੇ ਕੰਮ ਆ, ਕਿ ਜਦੋਂ ਪਾਪ ਕਰਦੇ ਆ ਛੁਪਾਉਣ ਦੀ ਕੋਸ਼ਿਸ਼ ਕਰਦੇ। ਛੁਪ ਗਏ ਦੋਨੇ ਜਾਣੇ, ਜਾ ਕੇ ਪੱਤੇ ਬੰਨ ਲਏ, ਹਰੇ ਕੱਪੜੇ ਪਾ ਕੇ ਬਹਿ ਗਏ ਕਿ ਅਸੀਂ ਬਚ ਜਾਵਾਂਗੇ, ਪਾਪ ਨੂੰ ਲੁਕੋ ਲਾਂਗੇ। ਪਾਪ ਨਹੀਂ ਲੁਕਦਾ, ਇਹਨੂੰ ਲੁਕੋ ਨਹੀਂ ਸਕਦੇ। ਇਸ ਵੇਲੇ ਸੜਾਂ ਮਾਰਦਾ ਨਾ, ਤੇ ਫਿਰ ਪਤਾ ਲੱਗ, ਸਾਰਿਆਂ ਨੂੰ ਪਤਾ ਲੱਗ ਜਾਂਦਾ। ਇਹਦਾ ਕੋਈ ਇਲਾਜ ਨਹੀਂ ਸਿਵਾਏ ਮਸੀਹ ਦੇ ਲਹੂ ਤੋਂ। ਇਸ ਦਾ ਇਲਾਜ ਹੈ ਨਹੀਂ। ਇਸ ਕਰਕੇ ਜਿਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਜਾਂਦੇ ਹਾਂ, ਉਹ ਕਹਿੰਦਾ ਮੈਂ ਮਰਿਆ ਸੀ, ਹੁਣ ਮੈਂ ਜਿਉਂਦਾ। ਇਹ ਵਿਵਸਥਾ, ਇਹ ਧਰਮ ਮੇਰੇ ਤੇ ਉਂਗਲਾਂ ਚੁੱਕਦਾ ਸੀ, ਔਰ ਇਹਦੇ ਲਈ ਮਸੀਹ ਦੇ ਲਹੂ ਦੇ ਵਿੱਚ ਮੈਨੂੰ ਮੁਕਤੀ ਮਿਲੀ ਹੈ। ਉਸ ਦੇ ਲਹੂ ਦੇ ਵਿੱਚ ਉਹਨਾਂ ਪਾਪਾਂ ਨੂੰ ਮੈਂ ਜਾ ਕੇ ਕਰਤਾ। ਹੁਣ ਮੈਂ ਮਸੀਹ ਦੇ ਲਈ, ਇਸ ਵਿਵਸਥਾ ਦੇ ਲਈ ਮਰ ਗਿਆ, ਤੇ ਹੁਣ ਮੈਂ ਮਸੀਹ ਦੇ ਲਈ ਉੱਠਿਆ। ਸੋ ਹੁਣ ਮੈਂ ਜੇ ਵਿਵਸਥਾ ਨਹੀਂ ਤਾਂ ਭਲਾ ਕੰਮ ਕਿੱਦਾਂ ਕਰੂੰਗਾ? ਇਹ ਬਹੁਤ ਵੱਡਾ ਕੁਐਸਚਨ ਆ ਜਾਂਦਾ। ਜੇ ਵਿਵਸਥਾ ਨਹੀਂ ਤੇ ਭਲਾ ਕੰਮ ਕਿੱਦਾਂ ਕਰੂੰਗਾ? ਬਹੁਤ ਸੌਖਾ ਇਸ ਦਾ ਆਨਸਰ, ਕਿਉਂਕਿ ਜਿਉਂਦੇ ਪਰਮੇਸ਼ਰ ਦਾ ਆਤਮਾ ਹੁਣ ਸਾਡੇ ਅੰਦਰ ਰਹਿੰਦਾ, ਉਹ ਸਾਨੂੰ ਗਾਈਡ ਕਰਦਾ। ਔਰ ਜਿੱਦਾਂ ਅਸੀਂ ਉਸ ਦੀ ਆਵਾਜ਼ ਨੂੰ ਸੁਣਦੇ ਜਾਂਦੇ ਹਾਂ, ਉਸ ਦੀ ਆਵਾਜ਼ ਕਲੀਅਰ ਹੁੰਦੀ ਜਾਂਦੀ ਹੈ, ਧੁੰਦਲੀ ਨਹੀਂ ਰਹਿੰਦੀ, ਕਲੀਅਰ ਹੁੰਦੀ ਜਾਂਦੀ ਹੈ। ਪ੍ਰਭੂ ਦੱਸਦਾ ਜਾਂਦਾ ਕਿ ਤੇਰੇ ਲਈ ਨਹੀਂ, ਭਾਵੇਂ ਹਜ਼ਾਰ ਉਸ ਰਸਤੇ ਤੁਰਿਓ ਹੋਣ, ਕਹਿੰਦਾ ਤੇਰੇ ਲਈ ਨਹੀਂ, ਤੂੰ ਮੁੜਿਆ। ਇੱਥੇ ਤੂੰ ਨਹੀਂ ਬੋਲਣਾ, ਤੂੰ ਆਪਣੇ ਸ਼ਬਦਾਂ ਨੂੰ, ਤੂੰ ਚੁੱਪ ਰਹਿ, ਹੁਣ ਤੂੰ ਬੋਲ। ਪ੍ਰਭੂ ਨਿੱਕੀਆਂ ਚੀਜ਼ਾਂ 'ਚ ਗਾਈਡ ਕਰਦਾ ਸਾਨੂੰ। ਪਰ ਜੇ ਅਸੀਂ ਧਾਰਮਿਕਤਾ ਛੱਡ ਦਈਏ ਤਾਂ ਧਾਰਮਿਕਤਾ ਸਾਡੀ ਉਹ ਤਾਂ ਕੀ ਆ ਕਿ ਮੈਂ ਸਵੇਰੇ 7 ਵਜੇ ਉੱਠ ਕੇ ਦੁਆ ਕਰਦਾ, ਫਿਰ ਮੈਂ 11 ਵਜੇ ਦੁਆ ਕਰਦਾ, ਫਿਰ ਮੈਂ 3 ਵਜੇ ਦੁਆ ਕਰਦਾ। That is not, ਉਹ ਫਿਰ ਅਸੀਂ ਮੁੜ ਕੇ ਫਿਰ ਧਾਰਮਿਕਤਾ ਦੇ ਵਿੱਚ ਆ ਗਏ।
ਸੋ ਮੈਂ ਫਿਰ ਕਿੱਦਾਂ ਪ੍ਰਭੂ ਦੇ ਨਾਲ ਸਮਾਂ ਬਿਤਾਵਾਂ ਜੇ ਮੈਂ ਦੁਆ ਨਹੀਂ ਕਰੂੰਗਾ? ਇੱਕ ਹਫ਼ਤਾ ਟਰਾਈ ਕਰਕੇ ਦੇਖੋ। ਇੱਕ ਹਫ਼ਤਾ ਟਰਾਈ ਕਰਕੇ ਪ੍ਰਭੂ ਗਾਈਡ ਕਰ। ਮੈਂ ਤੁਹਾਡੇ ਮੂੰਹ ਦੇ ਵਿੱਚ ਸ਼ਬਦ ਨਹੀਂ ਪਾਉਣਾ ਮੰਗਦਾ, ਤੁਸੀਂ ਆਪੇ ਦੱਸੋਗੇ ਕਿ ਮੈਂ ਹੁਣ ਇੱਕ ਕੰਮ ਜਿਹੜਾ ਮੈਂ ਕਰਦਾ ਸੀ ਲਗਾਤਾਰ, ਉਹ ਹੁਣ ਮੈਂ ਛੱਡਿਆ ਤੇ ਹੁਣ ਮੈਨੂੰ ਆਹ ਬਰਕਤ ਮਿਲੀ। ਕਿਉਂਕਿ ਸਾਨੂੰ ਮੁੜ ਕੇ ਧਾਰਮਿਕਤਾ ਦੇ ਵਿੱਚ ਬੰਨਣ ਵਾਲੇ ਬਥੇਰੇ ਆ। ਆਤਮਾ ਦਾ ਆਨੰਦ ਉਦੋਂ ਆਉਣਾ ਸ਼ੁਰੂ ਹੁੰਦਾ ਜਦੋਂ ਅਸੀਂ ਫੋਕੀਆਂ ਗੱਲਾਂ ਤੋਂ ਬਾਹਰ ਚਲੇ ਜਾਂਦੇ। ਪਿਛਲੇ 5 ਸਾਲਾਂ ਦੇ ਵਿੱਚ ਮੈਨੂੰ ਪ੍ਰਭੂ ਨੇ ਬਹੁਤ ਸਿਖਾਇਆ, ਔਰ ਸਿਖਾਇਆ ਉਸ ਲਈ ਜਿਸ ਲਈ ਮੈਂ ਚੁੱਪ ਕਰ ਗਿਆ। ਬੜੀ ਹਸਤੀ ਰਹਿਮ ਹੋਈ। ਮੈਂ ਖੁਦਾ ਦਾ, ਪ੍ਰਭੂ ਦਾ ਬਹੁਤ ਸ਼ੁਕਰ ਕਰਦਾ ਪਿਛਲੇ 5 ਸਾਲਾਂ ਦੇ ਲਈ, ਬਹੁਤ ਜ਼ਿਆਦਾ ਸ਼ੁਕਰ ਕਰਦਾ ਕਿ ਉਸਨੇ ਮੇਰੀ ਜ਼ਿੰਦਗੀ ਬਦਲ ਕੇ और देखो अगे की कह रहा 20वीं आयत, हुण मैं जिउंदा नहीं हाँ सगों मसीह मेरे विच जी रहा है। जो हुण जी रहा है ये केवल उसदे विश्वास दे राही जी रहा हाँ जो परमेश्वर दे पुत्र ते है, जिसने मेरे नाल प्यार कीता है अते अपने आप नूं मेरे लिए दे दिता। मैं परमेश्वर दी किरपा नूं रद्ददा नहीं हाँ। जेकर मनुख का संबंध परमेश्वर के नाल व्यवस्था द्वारा ठीक हो सकता है तो फिर मसीह का मरना व्यर्थ है। मसीह का मरना व्यर्थ है। आओ दुआ करें। प्रभु जी मैं तेरा बहुत शुक्र करदा, तू दिलां नूं जानन वाला, आत्मा दे नाल सानू गाइड करन वाला और पापियां नूं प्यार करने वाला प्रभु है। तेरा शुक्र करते हैं प्रभु जी उस मौत के लिए जो बपतिस्मे दे पानी दे विच आई, और उस जिंदगी दे लिए जो तेरे वालों सानू मिली। मेरे प्यारे प्रभु, मेरे भैणां भरावां दे नाल बनिया रह, इन्हों बुरे और बुराई तो बचा के रखी प्रभु जी, इन्हों अपने विच बधा के रखी। तेरे वचन दे विच प्रभु जी उन्होंने दस दिता कि बहुत सारे ऐसे लोग जो आ रहे हैं और जो पिछला बैगेज है प्रभु जी उस दे विच बाइबल नूं रला के प्रचार कर रहे हैं। पर खुदावंद मैं दुआ करदा कि तू उन्हां उत्ते भी अपनी किरपा कर, क्योंकि सिखाउण वाले दी सजा ज्यादा होएगी। उन्हां ते अपनी किरपा पा, रहम कर, दया कर प्रभु जी, अखां नूं खोल, मेरे ते भी अपना रहम कर प्रभु जी। ये तेरे प्यारे बच्चे जिन्हां नूं तू फड़िया, जिन्हां दा हथ तू फड़िया प्रभु जी, जिन्हां नूं तू लभ्या है, जिन्हां नूं तू पाया है, जिन्हां दे आउण ते प्रभु जी स्वर्ग दे विच खुशियां मनाईयां गईयां, जिन्हां दे लई तू अपनी जान दित्ती, जिन्हां दे लई तू अपना आत्मा घल्लिया और इन्हां नूं परमेश्वर दा मंदिर बनाया प्रभु जी, इन्हां नूं तू अपनी हजूरी दे विच हुण लैके चली। मेरे प्यारे प्रभु, तेरी राखी साडे अगे साडे पिछे, तेरी किरपा ते दया साडे सज्जे साडे खब्बे, पैरां दे विच तेरा पवित्र ते छोटा रस्ता,
स्वर्ग तो तेरी निगाहबानी साडे ते लगी रहे और पवित्र आत्मा की भरपूरी साडे अंदर बनी रहे। बेटे का साथ प्रभु जी सानू तेरे घर वाल नूं लैके जाता रहे। ਅਸੀਂ तेरा शुक्र करते हैं प्रभु जी, तेरी बड़ी रहम आ, तेरी बड़ी दया आ, जिस दे करके ਅਸੀਂ प्रभु जी तेरे वचन ਦੇ ਵਿੱਚੋਂ ਇਹ ਥੋੜੇ ਜਿਹੇ ਹਿੱਸੇ ਦੇਖ ਸਕਦੇ ਹਾਂ, ਥੋੜਾ ਜਿਹਾ ਟਾਈਮ ਅਸੀਂ ਤੈਨੂੰ ਦੇ ਸਕਦੇ ਹਾਂ। ਪਿਆਰੇ ਪ੍ਰਭੂ ਤੂੰ ਆਪਣੇ ਬੱਚਿਆਂ ਦੇ ਨਾਲ ਬਣਿਆ ਰਹਿ ਔਰ ਮੇਰੇ ਨਾਲ ਹੁਣ ਤੋਂ ਲੈ ਕੇ ਜਦ ਤੱਕ ਅਸੀਂ ਦੁਆਰਾ ਮਿਲੀਏ, तेरी हजूरी, तेरा रहम, तेरी दया, तेरा प्यार, तेरी शांति, तेरा आराम साडे सब दे नाल बनिया रहे। मसीह यीशु दे मिठे और प्यारे नाम दे विच मंगते हैं। अच्छा जी, बच्ची दा किसी दा बर्थडे भी है अज। अच्छा रीत ਪਾਸਟਰ ਜੀ ਮੈਂ ਛੋਟੀ ਜਿਹੀ ਦੁਆ ਕਰਨੀ ਚਾਹੁੰਦੀ ਸੀ। जरूर मेरी प्यारी भैन। ਪਹਿਲਾਂ ਮੈਨੂੰ ਸੀਗਾ ਕਿ ਮੈਂ ਕੱਲ ਨੂੰ ਕਰਾਂ, ਫਿਰ ਮੈਨੂੰ ਚੇਤਾ ਆਇਆ ਕੱਲ ਨੂੰ ਤਾਰੀ ਨੇ ਵੀ ਘਰ ਹੋਣਾ, ਛੁੱਟੀ ਆ। ਸੋ ਮੈਂ ਉਹਦੇ ਲਈ ਦੁਆ ਕਰਨੀ ਚਾਹੁੰਦੀ ਆ ਕਿ ਜੋ ਕੁਛ ਵੀ ਨਵੇਂ ਸਾਲ ਤੇ ਹੋਇਆ ਸੀ ਸਟਿਲ ਹੱਲੇ ਠੀਕ ਨਹੀਂ ਹੋਇਆ। ਤਾਰੀ ਤੇ ਮਾਨਵ ਜਿੱਦਾਂ ਦੋਨਾਂ ਦੇ ਅੰਦਰ ਇੰਨੀ ਨਫ਼ਰਤ ਭਰੀ ਹੋਆ ਇੱਕ ਦੂਜੇ ਲਈ, ਉਦੋਂ ਦੇ ਬੋਲੇ ਵੀ ਨਹੀਂ, ਹੁਣ 10 ਦਿਨ ਹੋ ਗਏ ਆ। ਤੇ ਬਸ ਮੈਂ ਇਹੀ ਦੁਆ ਕਰਨੀ ਚਾਹੁੰਦੀ ਕਿ ਕੱਲ ਨੂੰ ਜਦੋਂ ਅਸੀਂ ਬਾਈਬਲ ਪੜ੍ਹੀਏ ਤੇ ਕੋਈ ਨਾ ਕੋਈ ਜਿੱਦਾਂ ਸ਼ਬਦ ਉਹਨਾਂ ਦੇ ਮਨ ਨੂੰ ਛੂਵੇ ਤੇ ਉਹਨਾਂ ਦਾ ਮਨ ਵੀ ਕਠੋਰ ਨਾ ਰਵੇ, ਉਹ ਵੀ ਮਾਫ ਕਰਨ ਤੇ ਮਾਨਵ ਲਈ